ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਹਰ ਰੋਜ਼ ਦੀ ਤਰ੍ਹਾਂ ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਦੂਜੇ ਪਾਸੇ ਚੰਡੀਗੜ੍ਹ ਸਟੂਡੀਓ ਤੋਂ ਮੇਰੇ ਨਾਲ ਜੁੜਦੇ ਨੇ ਸੁਸ਼ੀਲ ਦਸਾਂਝ ਜੀ। ਭਾਰਤ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਉੱਤੇ ਕੁਝ ਗੱਲਾਂ ਬਾਤਾਂ ਅਸੀਂ ਕਰਦੇ ਹਾਂ। ਜੋ ਖਬਰਾਂ ਇਸ ਵੇਲੇ ਹੁੰਦੀਆਂ ਨੇ ਸੁਰਖੀਆਂ, ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਕੁਝ ਵਿਸ਼ਲੇਸ਼ਣ, ਕੁਝ ਆਰ ਪਾਰ ਦੀਆਂ ਖਬਰਾਂ ਜਿਹੜੀਆਂ ਹੁੰਦੀਆਂ ਨੇ ਸੁਸ਼ੀਲ ਰਾਂ ਕੋਲੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਕੁਝ ਹੋ ਰਿਹਾ ਇਹਦੇ ਪਿੱਛੇ ਕੀ ਜਿਹੜਾ ਉਹ ਚੱਲ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ ਤੇ ਰੇਡੀਓ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਮੈਂ ਤੇ ਹਰਜੀਤ ਗਿੱਲ ਤੁਹਾਡੇ ਨਾਲ ਜੀ ਅਸੀਂ ਤੁਹਾਡੇ ਨਾਲ ਸਾਡਾ ਪ੍ਰਾਈਮ ਸ਼ੋਅ ਹੈ। ਇਹਦੇ ਵਿੱਚ 5 ਦਿਨ ਹਫ਼ਤੇ ਦੇ ਅਸੀਂ ਤੁਹਾਨੂੰ ਮਿਲਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਖਬਰਾਂ ਦੇ ਨਾਲ ਖਬਰਾਂ ਦੇ ਆਰ ਪਾਰ ਦੇਖਣ ਦੀ ਵੀ ਕੋਸ਼ਿਸ਼ ਕਰੀਏ ਤੇ ਤੁਸੀਂ ਵੀ ਸਾਡੇ ਨਾਲ ਫੋਨ ਕਾਲ ਤੇ ਜੁੜ ਸਕਦੇ ਹੋ। ਥੱਲੇ ਡਿਸਪਲੇ ਹੋ ਰਿਹਾ ਹੈ ਸਾਡਾ ਸਟੂਡੀਓ ਲਾਈਨ ਦਾ ਨੰਬਰ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਬਹੁਤ ਕੁਝ ਵਾਪਰ ਰਿਹਾ, ਬਹੁਤ ਕੁਝ ਵਾਪਰਦਾ ਹੈ। ਸੋ ਸਮਝ ਦਾ ਕੋਈ ਦਾਅਵਾ ਨਹੀਂ ਹੈ, ਪਰ ਫਿਰ ਵੀ ਜਿੰਨੀ ਕੁ ਸੂਝ ਆ ਉਹਦੇ ਮੁਤਾਬਕ ਤੁਹਾਡੇ ਨਾਲ ਸੰਵਾਦ ਰਚਾਉਣ ਦੀ ਮੈਂ ਤੇ ਹਰਜੀਤ ਗਿੱਲ ਕੋਸ਼ਿਸ਼ ਕਰਦੇ ਹਾਂ ਜੀ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਰਜੀਤ ਗਿੱਲ। ਦਸਾਂਝ ਸਾਹਿਬ, ਅਸੀਂ ਜਿਹੜੇ ਭਾਰਤੀ ਲੋਕ ਜਿੱਥੇ ਵੀ ਬੈਠੇ ਆ ਦੁਨੀਆ ਭਰ 'ਚ, ਖਾਸ ਕਰਕੇ ਪੰਜਾਬੀ ਮੂਲ ਦੇ ਲੋਕ, ਅਸੀਂ ਗੱਲ ਜਿੱਥੋਂ ਮਰਜ਼ੀ ਸ਼ੁਰੂ ਕਰੀਏ, ਕਿਸੇ ਸ਼ਾਦੀ 'ਚ ਹੋਈਏ, ਕਿਸੇ ਭੋਗ 'ਤੇ ਹੋਈਏ, ਕਿਸੇ ਦੁੱਖ ਸੁੱਖ ਦੇ ਸਮਾਗਮ 'ਚ ਹੋਈਏ, ਜਾਂ ਪਰਿਵਾਰ 'ਚ ਵੀ ਬੈਠੇ ਕੋਈ ਗੱਲਬਾਤ ਕਰਦੇ ਹੋਈਏ, ਤਾਂ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਵੱਲ ਧਿਆਨ ਜਾਂਦਾ ਤੇ ਉਹਦੀ ਹੀ ਗੱਲ ਕਰਦੇ ਹਾਂ। ਤੇ ਅੱਜ ਆਪਾਂ ਆਫ ਦੀ ਏਅਰ ਵੀ ਸਵੇਰੇ ਗੱਲਬਾਤ ਕਰਦੇ ਰਹੇ। ਇੱਕ ਖਬਰ ਲੱਗੀ, ਬੜਾ ਝਟਕਾ ਲੱਗਿਆ ਤੁਹਾਨੂੰ ਵੀ ਜਦੋਂ ਮੈਂ ਦੱਸਿਆ ਸੀ, ਤੇ ਮੈਨੂੰ ਵੀ ਜਦੋਂ ਇਹ ਖਬਰ ਸਾਹਮਣੇ ਆਈ ਤੇ ਲੱਗਿਆ ਕਿ ਕਿੱਦਾਂ ਹੋ ਸਕਦਾ ਭਾਰਤ 'ਚ। ਆਖਰਕਾਰ ਭਾਰਤ ਇੱਕ ਲੋਕਤੰਤਰੀ ਦੇਸ਼ ਹੈ, ਜੋ ਮਰਜ਼ੀ ਆ, ਚੁਣੀ ਹੋਈ ਸਰਕਾਰ ਹੈ, ਥੋੜ੍ਹਾ ਬਹੁਤੀਆਂ ਗਲਤੀਆਂ ਕਰ ਸਕਦੀ ਆ, ਪਰ ਕੀ ਇੱਦਾਂ ਵੀ ਹੋ ਸਕਦਾ ਹੈ ਕਿ ਸੰਵਿਧਾਨ ਦੀਆਂ ਜਿਹੜੀਆਂ ਮੂਲ ਸਾਡੇ ਅਧਿਕਾਰ ਨੇ, ਸੰਵਿਧਾਨਕ ਤੌਰ 'ਤੇ ਕੁਝ ਲੋਕ ਜੇ ਸਰਕਾਰ ਨਾਲ ਆਢਾ ਲਾ ਕੇ ਬੈਠੇ ਨੇ, ਆਪਣੀਆਂ ਕੁਝ ਮੰਗਾਂ ਲੈ ਕੇ ਸਰਕਾਰ ਕੋ ਫਰਿਆਦੀ ਬਣ ਕੇ ਬੈਠੇ ਹੋਏ ਆ, ਤੇ ਜੇਕਰ ਉਹਨਾਂ ਦੀ ਕੋਈ ਹੈਲਪ ਕਰਦਾ ਹੈ ਤੇ ਉਹਦੇ ਲਈ ਵੀ ਇਦਾਂ ਦੇ ਨਿਯਮ ਬਣ ਸਕਦੇ ਆ। ਤੇ ਜਦੋਂ ਮੈਂ ਤੁਹਾਨੂੰ ਕਿਹਾ, ਤੁਸੀਂ ਵੀ ਕਿਹਾ ਨਹੀਂ ਸਭ ਇਹ ਗਲਤ ਗੱਲ ਹੈ, ਤਾਂ ਹੋ ਨਹੀਂ ਸਕਦਾ, ਇਹ ਕਿੱਦਾਂ ਹੋ ਸਕਦਾ, ਆਪਾਂ ਕੋਈ ਵੀ ਮੰਨਣ ਨੂੰ ਤਿਆਰ ਨਹੀਂ। ਪਰ ਕਿਤੇ ਨਾ ਕਿਤੇ ਨੈਸ਼ਨਲ ਸਿਕਿਉਰਿਟੀ ਦੀ ਆੜ ਦੇ ਵਿੱਚ ਸਰਕਾਰ ਇਹ ਜਿਹੜੇ ਕਦਮ ਚੁੱਕ ਰਹੀ ਆ, ਖਾਸ ਕਰਕੇ ਐਨ ਆਰ ਆਈ ਪਹਿਲਾਂ ਵੀ ਬੜੇ ਨਾਰਾਜ਼ ਨੇ, ਬੜੇ ਔਖੇ ਨੇ, ਬੜੇ ਇਹਨਾਂ ਨੇ ਯਤਨ ਕੀਤੇ ਕਿ ਅਸੀਂ ਜੀ ਉਹ ਇਕੱਠੇ ਕਰਤੇ ਆ ਸਾਰੇ ਕਾਰਡ ਵੱਖਰੇ ਵੱਖਰੇ, OCI ਬਣਾ ਕੇ ਅਸੀਂ ਆਹ ਕਰਤਾ ਤੁਹਾਡੇ ਲਈ, ਉਹ ਕਰਤਾ। ਪਰ NRI ਕਿਤੇ ਨਾ ਕਿਤੇ ਭਾਰਤ ਸਰਕਾਰ ਕੋਲੋਂ ਵੀ ਨਾਰਾਜ਼ ਨੇ, ਤੇ ਖਾਸ ਕਰਕੇ ਸਟੇਟ ਜਿਹੜੀ ਪੰਜਾਬ ਆ ਉਹਦੇ ਜਿਹੜੇ ਹੁਕਮਰਾਨ ਨੇ ਉਹਨਾਂ ਦੀਆਂ ਨੀਤੀਆਂ ਤੋਂ ਵੀ ਡਾਢੇ ਭਾਰੇ ਔਖੇ ਆ ਕਿ ਇੱਕ ਪਾਸੇ ਤਾਂ ਕੋਈ ਮਾਨਤਾ ਹੀ ਨਹੀਂ NRI ਨੂੰ, ਸਾਡੀਆਂ ਜਾਇਦਾਦਾਂ ਦੀ ਉੱਥੇ ਕੋਈ ਸਿਕਿਉਰਿਟੀ ਨਹੀਂ ਆ, ਉੱਥੇ ਜਾਂਦੇ ਆ ਤੇ ਦੋਵੇਂ ਹੱਥੀਂ ਲੁੱਟਣ ਵਾਲੇ ਲੋਕ ਤਿਆਰ ਬੈਠੇ ਹੁੰਦੇ। ਜੇ ਪਤਾ ਲੱਗ ਜੇ ਕਿ ਭਾਊ ਨੇ ਕਾਲਾ ਕੋਟ ਪਾਇਆ, ਇਹ ਲੱਗਦਾ ਅਮਰੀਕਾ ਤੋਂ ਆਇਆ, ਤੇ ਫਿਰ ਤੇ ਗੱਲ ਹੀ ਹੋਰ ਹੋ ਜਾਂਦੀ ਆ, ਰੇਟ ਦੁੱਗਣੇ ਚੌਗਣੇ। ਬਾਜ਼ਾਰ 'ਚ ਕੋਈ ਚੀਜ਼ ਖਰੀਦਣ ਜਾਂਦੇ ਆ ਤਾਂ ਰੇਟ ਵੱਧ ਜਾਂਦੇ ਆ। ਬੜੀ ਸੰਕੂਚ ਕਰਕੇ ਭਾਸ਼ਾ ਬੋਲਦੇ ਆ ਕਿ ਪਤਾ ਨਾ ਲੱਗੇ। ਨਿਆਣਿਆਂ ਨੂੰ ਵੀ ਸਮਝਾ ਕੇ ਘੱਲਦੇ ਆ ਕਿ ਉੱਥੇ ਆਏ ਹੈਲੋ ਨਹੀਂ ਕਰਨਾ, ਬੰਦਿਆਂ ਵਾਂਗੂ ਬੋਲਿਓ, ਜਿੱਦਾਂ ਦੇ ਗਏ ਉੱਦਾਂ ਦੇ ਹੀ। ਪਰ ਫਿਰ ਫੜੇ ਜਾਂਦੇ ਆ ਤੇ ਲੁੱਟਣ ਵਾਲੇ ਤਿਆਰ ਬੈਠੇ ਹੁੰਦੇ ਆ। ਤੇ ਹਾਲਾਤ ਇੱਦਾਂ ਦੇ ਆ ਕਿ ਸਰਕਾਰ ਵੀ ਸਾਡੇ ਨਾਲ ਅਨਿਆਂ ਕਰੀ ਜਾਂਦੀ ਆ ਤੇ ਆਮ ਲੋਕ ਵੀ ਨਹੀਂ ਬਖਸ਼ਦੇ ਜਿੱਥੇ ਹੁੰਦਾ। ਤੇ ਕੀ ਕਹਿਣਾ ਇਸ ਖਬਰ ਬਾਰੇ? ਕਾਫੀ ਦੁਖਦਾਇਕ ਗੱਲ ਹੈ। ਮੈਂ ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਦੱਸਿਆ ਕਿ ਬਕਾਇਦਾ ਭਾਰਤ ਸਰਕਾਰ ਨੇ OCI ਕਾਰਡ ਜਿਹੜੇ ਜਿਨ੍ਹਾਂ ਕੋਲ ਹੈਗੇ ਨੇ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਤੇ LT ਵੀਜ਼ੇ ਵਾਲੇ ਜਿਹੜੇ ਲੋਕ ਨੇ, ਮਤਲਬ ਜਿਹੜੇ ਲੌਂਗ ਟਰਮ ਵੀਜ਼ੇ ਵਾਲੇ ਨੇ, ਤੇ ਉਹਨਾਂ ਨੂੰ ਭਾਰਤ ਆਉਣ ਤੇ ਕਿਸਮ ਦਾ ਰੋਕਣ ਦਾ ਤਰੱਦਦ ਜਿਹੜਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਹਾਲੇ ਤੱਕ ਕਿਹਾ ਗਿਆ ਕਿ 12 ਦੇ ਕਰੀਬ ਲੋਕ ਆਇਡੈਂਟੀਫਾਈ ਕੀਤੇ ਗਏ ਨੇ, ਪਰ ਉਹ ਸੂਚੀ ਜਾਰੀ ਨਹੀਂ ਕੀਤੀ ਗਈ। ਸਾਨੂੰ ਨਹੀਂ ਪਤਾ ਹਾਲੇ ਇਹਦੀ ਤਾਦਾਦ ਕਿੰਨੀ ਹੈ। ਇਸ ਬਹਾਨੇ ਦੇ ਨਾਲ ਜਾਂ ਇਸ ਆੜ ਦੇ ਨਾਲ ਵੀ ਜਿਹੜਾ ਫਾਰਮਰ ਐਜੀਟੇਸ਼ਨ ਚੱਲ ਰਹੀ ਹੈ ਤੇ ਉਹਦੀ ਹਮਾਇਤ ਜਿਹੜੇ ਲੋਕ ਕਰ ਰਹੇ ਨੇ, ਬਾਹਰ ਬੈਠੇ ਹੋਏ ਲੋਕ ਦੇ, ਤੇ ਉਹਨਾਂ ਦੀ ਹਮਾਇਤ ਦੇ ਉਹਲੇ ਦੇਸ਼ ਵਿਰੋਧੀ ਸਰਗਰਮੀਆਂ ਚੱਲ ਰਹੀਆਂ ਨੇ
ਐਂਟੀ ਇੰਡੀਆ ਐਕਟੀਵਿਟੀਜ਼ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਇਹ ਕਿਹਾ ਗਿਆ ਭਾਰਤ ਸਰਕਾਰ ਵੱਲੋਂ ਤੇ ਕਿਹਾ ਗਿਆ ਕਿ ਇਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਜਾਣਗੇ ਜਾਂ ਕਰ ਦਿੱਤੇ ਕੀਤੇ ਜਾ ਰਹੇ ਨੇ, ਜਾਂ ਉਹਨਾਂ ਦੇ ਕਾਰਡ ਜਿਹੜੇ ਆ OCI ਕਾਰਡ ਜਿਹੜੇ ਆ ਉਹ ਰੱਦ ਹੋ ਜਾਣਗੇ ਜਾਂ ਕਰ ਦਿੱਤੇ ਗਏ ਨੇ। ਤਾਦਾਦ ਕੋਈ ਨਹੀਂ ਦੱਸੀ ਗਈ, ਪਰ 12 ਦੇ ਕਰੀਬ ਹਾਲੇ ਲੋਕ ਦੱਸੇ ਗਏ ਨੇ। ਜੇ ਇਸ ਪਾਸੇ ਵੱਲ ਨੂੰ ਗੱਲ ਵੱਧਦੀ ਹੈ ਤਾਂ ਮਤਲਬ ਕਿਸੇ ਨੂੰ ਵੀ ਕਦੇ ਵੀ ਭਾਰਤ ਆਉਣ ਤੋਂ ਰੋਕਿਆ ਜਾ ਸਕਦਾ ਹੈ ਬਹਾਨਾ ਬਣਾ ਕੇ ਕਿ ਇਹ ਐਂਟੀ ਨੈਸ਼ਨਲਿਸਟ ਹੈ। ਉਹੀ ਗੱਲ ਹੈ ਜਿਵੇਂ ਸਾਡੇ ਭਾਰਤ ਦੇ ਵਿੱਚ ਕੋਈ ਵਿਅਕਤੀ ਵੀ ਕੋਈ ਸਵਾਲ ਕਰਦਾ ਹੈ ਤੇ ਸਵਾਲ ਚੁੱਭਦੇ ਨੇ ਤੇ ਉਹਦੇ ਤੇ ਤੁਰੰਤ ਜਿਹੜਾ ਟੈਗ ਲਾ ਦਿੱਤਾ ਜਾਂਦਾ ਹੈ ਦੇਸ਼ ਧਰੋਹੀ ਦਾ। ਤੇ ਉਹੀ ਕੁਝ ਸਾਡੇ ਜਿਹੜੇ ਬਾਹਰ ਬੈਠੇ ਸਾਡੇ ਲੋਕ ਨੇ ਤੇ ਉਹ ਹਮਦਰਦੀ ਰੱਖਦੇ ਨੇ ਪੰਜਾਬ ਤੋਂ ਉੱਠੀ ਹੋਈ ਦੇਸ਼ ਪੱਧਰ ਤੇ ਫੈਲ ਗਈ ਕਿਸਾਨ ਐਜੀਟੇਸ਼ਨ ਦੇ ਨਾਲ, ਤੇ ਆਪਣਾ ਨੈਤਿਕ ਫਰਜ਼ ਸਮਝਦਿਆਂ ਹੋਇਆ ਉਹ ਹਮਾਇਤ ਦਿੰਦੇ ਨੇ ਇਸ ਅੰਦੋਲਨ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਚਾਹੇ ਉਹ ਦੂਰ ਬੈਠੇ ਨੇ ਪਰ ਇੱਕ ਪ੍ਰੋਟੈਸਟ ਦਾ ਢੰਗ ਜਿਹੜਾ ਅਪਣਾਉਂਦੇ ਨੇ, ਜਿੱਦਾਂ ਤੁਸੀਂ ਇੱਥੇ ਟੋਰਾਂਟੋ ਦੇ ਏਰੀਏ ਦੇ ਵਿੱਚ ਜਾਂ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਪੰਜਾਬੀਆਂ ਨੇ ਭਾਰਤੀਆਂ ਨੇ ਉਹ ਇੱਕ ਕਹਿ ਲਓ ਵੀ ਸ਼ਾਂਤੀਪੂਰਨ ਪ੍ਰਦਰਸ਼ਨ ਕੀਤੇ, ਬੈਨਰ ਫੜ ਕੇ ਤੁਸੀਂ ਖੜੇ ਹੋਏ ਹਨਾ, ਨੋ ਫਾਰਮਰ ਨੋ ਫੂਡਸ ਦੇ ਬੈਨਰ ਫੜੇ ਹੋਏ। ਤੇ ਇਹ ਵੀ ਚੁਭੇ ਨੇ ਸਰਕਾਰ ਨੂੰ ਵੀ ਕੋਈ ਕਿਉਂ ਇਹ ਅੰਦੋਲਨ ਦੇ ਹੱਕ ਦੇ ਵਿੱਚ ਨਿੱਤਰ ਕੇ ਆਵੇ। ਮੈਂ ਸਮਝਦਾ ਕਿ ਇਸ ਤੋਂ ਜ਼ਿਆਦਾ ਮਾੜਾ ਫੈਸਲਾ ਕੋਈ ਨਹੀਂ ਹੋ ਸਕਦਾ, ਭਾਵੇਂ ਇਸ ਫੈਸਲੇ ਦੇ ਵਿਸਥਾਰ ਨਿਹਾਲੇ ਆਉਣਾ ਹੈ ਕਿ ਕਿਹੜੇ ਕਿਹੜੇ ਲੋਕ ਨੇ, ਕਿਹੜੇ ਕਿਹੜੇ ਲੋਕ ਇਸ ਓਲੇ ਦੇ ਵਿੱਚ ਜਿਹੜੇ ਉਹਨਾਂ ਨੂੰ ਆਉਣ ਤੋਂ ਰੋਕਿਆ ਜਾ ਰਿਹਾ ਹੈ। ਪਰ ਇੱਕ ਮਿਸਾਲ ਦੇ ਤੌਰ ਤੇ 23-24 ਅਕਤੂਬਰ ਦੀ ਜਿਹੜੀ ਘਟਨਾ ਵਾਪਰੀ ਹੈ ਉਹ ਸਾਡੇ ਸਾਹਮਣੇ ਹੈ, ਜਿੱਥੋਂ ਪਤਾ ਲੱਗਦਾ ਹੈ ਬਈ ਕਿਸੇ ਨੂੰ ਵੀ ਇਹ ਰੋਕ ਸਕਦੇ ਨੇ। ਤੁਹਾਡੀ ਮੇਰੀ ਜਾਂ ਹੋਰ ਜਿਹੜਾ ਸਧਾਰਨ ਵਿਅਕਤੀ ਹੈ ਉਹਦੀ ਕੀ ਹੈਸੀਅਤ ਹੈ। ਮਿਲੇਨੀਅਲ ਬੰਦਾ ਹੋਵੇ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਉਹਦੇ ਪਰਿਵਾਰ ਦਾ ਇੱਕ ਬਹੁਤ ਵੱਡੀ ਭੂਮਿਕਾ ਹੋਵੇ, ਉਸ ਬੰਦੇ ਨੂੰ ਵੀ ਦਿੱਲੀ 에ਅਰਪੋਰਟ ਤੇ ਰੋਕ ਕੇ ਉਹਨੂੰ ਵਾਪਸ ਭੇਜ ਦੇਣਾ। ਮੇਰਾ ਭਾਵ ਹੈ ਦਰਸ਼ਨ ਸਿੰਘ ਧਾਲੀਵਾਲ ਤੋਂ। ਦਰਸ਼ਨ ਸਿੰਘ ਧਾਲੀਵਾਲ ਕੋਈ ਸਧਾਰਨ ਵਿਅਕਤੀ ਨਹੀਂ ਹੈ, ਮਿਲੇਨੀਅਰ ਬੰਦਾ ਆ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਉਹਨੇ ਵੱਖਰੇ ਵੱਖਰੇ ਰੂਪ ਦੇ ਵਿੱਚ ਇਨਵੈਸਟ ਕੀਤਾ ਹੋਇਆ, ਮਦਦ ਕਰਦਾ ਹੈ ਬਹੁਤ। ਉਹਨੇ ਲੰਗਰ ਵੀ ਉੱਥੇ ਵਾਹਵਾ ਲਾਏ ਹੋਏ ਆ ਕਿਸਾਨ ਅੰਦੋਲਨ ਵਾਲੀਆਂ ਜਿਹੜੀਆਂ ਕੇਂਦਰੀ ਥਾਵਾਂ ਨੇ। ਉਸ ਬੰਦੇ ਨੂੰ 23 ਜਾਂ 24 ਅਕਤੂਬਰ ਦਾ ਸਮਾਂ ਸੀ ਜਦੋਂ ਉਹ ਦਿੱਲੀ ਉਤਰਿਆ ਤੇ ਉਹਨੂੰ ਉੱਥੋਂ ਵਾਪਸ ਜਾਣਾ ਪਿਆ, ਤੋੜ ਦਿੱਤਾ ਗਿਆ ਵਾਪਸ। ਤੇ ਉਹ ਸੁਰਜੀਤ ਸਿੰਘ ਰੱਖੜਾ ਉਹਦਾ ਭਰਾ ਆ, ਜਿਹੜਾ ਪੰਜਾਬ ਦੀ ਅਕਾਲੀ BJP ਗਠਜੋੜ ਦੀ ਸਰਕਾਰ 'ਚ ਮੰਤਰੀ ਵੀ ਰਿਹਾ। ਸਾਰਾ ਪਰਿਵਾਰ ਜਿਹੜਾ ਉਹਦਾ ਇੱਕ ਚੰਗਾ ਨਾਂ ਥੇ ਹੈ। ਤੇ ਇਹਦੇ ਤੇ ਇਤਰਾਜ਼ ਵੀ ਪ੍ਰਗਟ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਉਹਨਾਂ ਨੇ ਬਕਾਇਦਾ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਤੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ। ਤੇ ਉਹਦੇ ਬਾਵਜੂਦ ਇਹ ਖਬਰ ਆ ਰਹੀ ਹੈ ਕਿ ਲੋਕਾਂ ਨੂੰ ਆਉਣ ਤੋਂ ਰੋਕਿਆ ਜਾ ਰਿਹਾ। ਭਾਰਤ ਹੁਣ ਇਦਾਂ ਦੇ ਲੋਕ ਨਹੀਂ ਆ ਸਕਣਗੇ ਜਿਹੜੇ ਲੋਕ ਆਇਡੈਂਟੀਫਾਈ ਕੀਤੇ ਹੋਣਗੇ, ਜਿਨ੍ਹਾਂ ਦੀ ਇੱਕ ਸੂਚੀ ਬਣਾ ਦਿੱਤੀ ਗਈ ਹੋਏਗੀ, ਜਿੱਦਾਂ ਕਾਲੀ ਸੂਚੀ ਨਹੀਂ ਬਣਾ ਦਿੱਤੀ ਗਈ ਪਿਛਲੇ ਸਮਿਆਂ ਦੇ ਵਿੱਚ। ਇਸ ਤਰ੍ਹਾਂ ਦੀ ਇੱਕ ਬਲੈਕ ਲਿਸਟ ਹੋਰ ਬਣ ਰਹੀ ਹੈ, ਜਿਹਦੇ ਸ਼ੁਰੂਆਤੀ ਜਿਹੜੇ ਆ ਉਹਦੇ 'ਚ 12 ਲੋਕ ਦੱਸੇ ਗਏ ਆ। ਸੋ ਇਹਦੀ ਮੈਂ ਸਮਝਦਾ ਕਿ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਇਹ ਸਗੋਂ NRIs ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਹੋਰ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਕਸਰਤ ਹੈ, ਐਕਸਰਸਾਈਜ਼ ਹੈ। ਤੇ ਪਤਾ ਨਹੀਂ ਕਿਹੜੇ ਸਲਾਹਕਾਰ ਨੇ ਭਾਰਤ ਸਰਕਾਰ ਦੇ ਤੇ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਉਹ ਕਰ ਰਹੇ ਨੇ। ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੈ। ਇਲਮ ਤਾਂ ਹੈ ਸਾਰਾ ਕੁਝ, ਪਰ ਉਹ ਕਿਉਂ ਕਰ ਰਹੇ ਨੇ। ਪਰ ਜੇ ਓਵਰਆਲ ਗੱਲ ਕਰਨੀ ਹੋਵੇ ਤਾਂ ਮਤਲਬ ਮੈਂ ਜੇ ਪੰਜਾਬ ਦੇ ਹਵਾਲੇ ਨਾਲ ਹੀ ਗੱਲ ਕਰਾਂ ਤਾਂ ਪੰਜਾਬ ਦੀ ਜਿਹੜੀ ਤਰੱਕੀ ਹੈ ਜਿੰਨੀ ਕੁ ਵੀ ਹੈਗੀ ਆ ਉਹਦੇ 'ਚ ਇਹਨਾਂ ਲੋਕਾਂ ਦਾ ਹੀ ਵੱਡਾ ਹੱਥ ਹੈ। ਸਰਕਾਰਾਂ ਤਾਂ ਵਾਅਦੇ ਕਰਕੇ ਮੁੱਕਰਦੀਆਂ ਰਹੀਆਂ, ਪਰ ਜੇ ਮੈਂ ਦੁਆਬੇ ਦੀ ਗੱਲ ਕਰਾਂ, ਆਪਣੇ ਪਿੰਡਾਂ ਦੀ ਗੱਲ ਕਰਾਂ, ਮਤਲਬ ਮੇਰਾ ਆਪਣੇ ਪਿੰਡ ਦੇ ਵਿੱਚ ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ, ਸਰਕਾਰੀ ਕੁੜੀਆਂ ਦਾ ਸਕੂਲ ਹੈ ਜਿਹੜਾ 1911 'ਚ ਬਣਿਆ ਸੀ। 1911 'ਚ ਜਦੋਂ ਲੜਕੀਆਂ ਨੂੰ ਜਿਹੜਾ ਆ ਉਹ ਜੰਮਣ ਤੋਂ ਪਹਿਲੇ ਮਾਰ ਦਿੱਤਾ ਜਾਂਦਾ ਸੀ, ਸਾਡੇ ਲੜਕੀਆਂ ਦਾ ਸਕੂਲ ਬਣਿਆ। ਪੰਜਾਬ ਦੇ ਵਿੱਚ 2 ਹੀ ਸਕੂਲ ਸੀ ਜਿੱਥੇ ਸੀਗੇ ਹੋਸਟਲ ਲੜਕੀਆਂ ਵਾਸਤੇ, ਇੱਕ ਸਿੱਧਵਾਂ ਬੇਟ ਤੇ ਇੱਕ ਸਾਡਾ ਪਿੰਡ ਦੁਸਾਂਝ ਕਲਾਂ। ਉਹ ਹੌਲੀ ਹੌਲੀ ਉਹ 1911 ਦਾ ਬਣਿਆ ਤੇ ਉਹ ਇਮਾਰਤ ਨਕਾਰਾ ਹੋ ਗਈ। ਅੱਜ ਤੋਂ 30-35 ਸਾਲ ਪਹਿਲਾਂ ਦੀ ਮੈਂ ਗੱਲ ਦੱਸ ਰਿਹਾ। ਤੇ ਇਮਾਰਤ ਨਕਾਰਾ ਹੋ ਗਈ, ਸਰਕਾਰ ਵੱਲੋਂ ਕੋਈ ਮਦਦ ਨਹੀਂ। ਸਰਕਾਰ ਕਹਿੰਦੀ ਬੰਦ ਕਰ ਦਿਓ, ਅਸੀਂ ਕੀ ਲੈਣਾ ਇੱਥੋਂ।
ਸਾਡੇ ਪਿੰਡ ਵਾਲਿਆਂ ਨੇ ਲਾਗਲੇ 10 ਪਿੰਡਾਂ ਦੇ ਐਨਰਾਈਜ਼ ਨੂੰ ਬੇਨਤੀਆਂ ਕੀਤੀਆਂ ਵੀ ਇਹ ਆਪਣੇ ਇਲਾਕੇ ਦਾ ਸਕੂਲ ਹੈ, ਹਿਸਟੋਰੀਕਲ ਹੈ ਤੇ ਇਹਦੀ ਮਦਦ ਕੀਤੀ ਜਾਏ। ਤੇ ਅੱਜ ਉਹ ਸਕੂਲ ਦੀ ਬੜੀ ਖੂਬਸੂਰਤ ਬਿਲਡਿੰਗ ਹੈ ਉਹ ਸਰਕਾਰੀ ਉਹ ਸਕੂਲ ਹੁਣ ਵੀ, ਔਰ ਉਹਦੀ ਬਿਲਡਿੰਗ ਜਿਹੜੀ ਹੈ ਕੋਈ 9-10 ਕਰੋੜ ਰੁਪਏ ਲਾ ਕੇ ਬਾਕੀ ਸਾਰਾ ਕੰਮ ਜਿਹੜਾ ਆ ਉਹ ਐਨਰਾਈਜ਼ ਭਰਾਵਾਂ ਨੇ ਕੀਤਾ, ਸਾਡੇ ਇਲਾਕੇ ਦੇ 8-10 ਪਿੰਡਾਂ ਦੇ ਐਨਰਾਈਜ਼ ਨੇ। ਇਹ ਹਰ ਪਿੰਡ ਦੀ ਕਹਾਣੀ ਹੈ, ਦੁਆਬੇ ਦੇ ਹਰ ਪਿੰਡ ਦੀ ਕਹਾਣੀ ਹੈ। ਸਾਡੇ ਦੁਆਬੇ ਦੀ ਤਰੱਕੀ ਜਿਹੜੀ ਆ ਪਿੰਡਾਂ ਦੀ ਉਹ ਤੁਹਾਡੇ ਕਰਕੇ ਆ, ਨਹੀਂ ਤਾਂ ਸਰਕਾਰਾਂ ਤਾਂ ਕੁਝ ਨਹੀਂ ਕਰਦੀਆਂ। ਤੇ ਉਹਨਾਂ ਲੋਕਾਂ ਨੂੰ ਜਿਹੜੇ ਹਰ ਮੁਸੀਬਤ ਦੇ ਵੇਲੇ ਤੇ ਆ ਕੇ ਸਾਡੀ ਬਾਹ ਫੜਦੇ ਆ, ਮੁਲਕ ਦੀ ਬਾਹ ਫੜਦੇ ਆ, ਪੰਜਾਬ ਦੀ ਬਾਹ ਫੜਦੇ ਆ, ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਆਪਣੇ ਮੁਲਕ ਹੀ ਆਉਣ ਤੋਂ ਰੋਕ ਦੇਣਾ, ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ। 300 ਅਰਬ ਡਾਲਰ ਜਿਹੜੇ ਆ ਹਰ ਸਾਲ ਐਨਰਾਈਜ਼ ਜਿਹੜੇ ਆ ਭਾਰਤ ਨੂੰ ਭੇਜਦੇ ਆ ਆਪਣੀ ਕਮਾਈ ਚੋਂ, ਆਪਣੀ ਮਿਹਨਤ ਦੀ ਕਮਾਈ ਚੋਂ, ਖੂਨ ਪਸੀਨੇ ਦੀ ਕਮਾਈ ਚੋਂ। ਉਹ 300 ਅਰਬ ਡਾਲਰ ਜਿਹੜਾ ਆ ਭਾਰਤ ਦੀ ਕਿਸੇ ਨਾ ਕਿਸੇ ਜਿਹੜੀ ਸਾਡੀ ਉਸਾਰੀ ਆ ਭਾਰਤ ਦੀ ਮੁਲਕ ਦੀ, ਉਹਦੇ ਚੋਂ ਵਰਤਿਆ ਜਾਂਦਾ ਹੈ। ਤੇ ਇਨ ਬਿਟਵੀਨ ਅਸੀਂ ਬਹੁਤ ਸਾਰੇ ਇਦਾਂ ਦੇ ਆਯੋਜਨ ਕਰਨ ਦਾ ਡਰਾਮਾ ਕਰਦੇ ਆ ਕਿ ਸਾਨੂੰ ਇਨਵੈਸਟਰ ਚਾਹੀਦੇ ਆ, ਇਨਵੈਸਟਰ ਚਾਹੀਦੇ ਆ। 2 ਦਿਨਾਂ ਦਾ ਇਨਵੈਸਟਰ ਸਮਿਟ ਵੀ ਹੋ ਕੇ ਹਟਿਆ, ਜਿਸ 'ਚ 500 ਦੇ ਕਰੀਬ ਜਿਹੜੇ ਇਨਵੈਸਟਰ ਜਿਹੜੇ ਜੁੜੇ ਦੱਸੇ ਗਏ ਨੇ। ਜਿਹੜੇ ਚਲੇ ਗਏ ਮੁੱਖ ਮੰਤਰੀ ਦੇ ਤੌਰ ਦੇ ਉੱਤੇ, ਉਹਨਾਂ ਨੇ ਵੀ ਦਾਅਵਾ ਕੀਤਾ ਕਿ ਮੇਰੇ ਹੁੰਦਿਆਂ 99,000 ਕਰੋੜ ਰੁਪਏ ਇਨਵੈਸਟ ਹੋਇਆ। ਅਗਾਂਹ ਵੀ ਇਨਵੈਸਟਮੈਂਟ ਦੀ ਜ਼ਰੂਰਤ ਹੈ ਪੰਜਾਬ ਦੀ ਤਰੱਕੀ ਲਈ, ਪਰ ਕਿੱਦਾਂ ਕੋਈ ਇਨਵੈਸਟਰ ਆਵੇ ਭਵਿੱਖ ਦੇ ਵਿੱਚ, ਕੋਈ ਕਿੱਦਾਂ ਆਏ, ਉਹ ਸਥਿਤੀਆਂ ਤਾਂ ਤੁਸੀਂ ਵੀ ਵਰਣਨ ਕਰ ਦਿੱਤੀਆਂ, ਮੈਂ ਦੁਹਰਾਉਂਦਾ ਨਹੀਂ। ਵੀ ਜਦੋਂ ਕੋਈ ਆਉਂਦਾ ਇੱਥੇ ਐਨਰਾਈਜ਼ ਤੇ ਉਹਦੇ ਵੱਲ ਕਿੱਦਾਂ ਦੇਖਿਆ ਜਾਂਦਾ, ਉਹਦੀ ਜੇਬ ਜਿਹੜੀ ਹੈ ਕਿੱਦਾਂ ਫਰੋਲੀ ਜਾਂਦੀ ਹੈ। ਤੇ ਏਦਾਂ ਕੋਈ ਇਨਵੈਸਟਰ ਜਿਹੜਾ ਜਦੋਂ ਇੱਥੇ ਆਉਂਦਾ ਉਹਦੇ ਵਾਸਤੇ ਕਿੰਨੀਆਂ ਦਿੱਕਤਾਂ ਹੈ, ਹਾਰ ਕੇ 2-4 ਮਹੀਨੇ ਘੁੰਮ ਕੇ ਉਹ ਮੁੜ ਜਾਂਦਾ ਵੀ ਇੱਥੇ ਇੰਨੀ ਲੁੱਟ ਹੈ। ਬਾਕੀ ਤੁਹਾਡੇ ਮਸਲੇ ਹੋਰ ਬੜੇ ਨੇ, ਜਾਇਦਾਦਾਂ ਦੇ ਮਸਲੇ ਨੇ, ਹੋਰ ਬੜਾ ਕੁਝ ਹੈ। ਤੇ ਇਨ ਵਿੱਚ ਵੀ ਆਹ ਜਿਹੜਾ ਬੰਬ ਸੁੱਟ ਦਿੱਤਾ, ਤੇ ਕਿਸੇ ਵੀ ਤਰ੍ਹਾਂ ਦੀ ਆਵਾਜ਼ ਉਠਾਉਣ ਦਾ ਤੁਹਾਡਾ ਹੱਕ ਹੋਣ ਦੀ ਇੱਕ ਕੋਸ਼ਿਸ਼ ਦੇ ਤੌਰ ਤੇ ਇਸ ਫੈਸਲੇ ਨੂੰ ਦੇਖਿਆ ਜਾ ਸਕਦਾ ਜੀ। ਦਸਾਂਝ ਸਾਹਿਬ, ਸਭ ਤੋਂ ਪਹਿਲਾਂ ਤੇ ਜੇ ਕਿਸਾਨ ਅੰਦੋਲਨ ਦੀ ਹੀ ਗੱਲ ਕਰੀਏ ਤੇ ਭਾਰਤ ਦੀ ਸੁਪਰੀਮ ਕੋਰਟ ਇਹ ਕਈ ਵਾਰ ਦੁਹਰਾ ਚੁੱਕੀ ਆ ਕਿ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਉਹਨਾਂ ਦਾ ਸੰਵਿਧਾਨਕ ਹੱਕ ਆ, ਤੇ ਜੇ ਸੰਵਿਧਾਨ ਦੀਆਂ ਹੱਦਾਂ 'ਚ ਰਹਿ ਕੇ ਕੋਈ ਅੰਦੋਲਨ ਨਹੀਂ ਕਰ ਸਕਦਾ ਤੇ ਉਸ ਦੇਸ਼ ਦੇ ਲੋਕਤੰਤਰ ਨੂੰ ਫਿਰ ਕੀ ਕਿਹਾ ਜਾਏਗਾ। ਦੂਜੀ ਗੱਲ ਜਿਹੜੀ ਆ ਉਹ ਇਹ ਕਿ ਜਿਹੜਾ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਕਰਦੀ ਆ, ਉਹਦੇ ਨਾਲ ਜਿਹੜੇ ਲੋਕ ਪਹਿਲਾਂ ਹੀ ਭਾਰਤ ਸਰਕਾਰ ਨੂੰ ਬਾਰ-ਬਾਰ ਨਿੰਦਦੇ ਨੇ, ਬਾਹਰ ਬੈਠੇ ਕੁਝ ਇੱਕ ਅਨਸਰ ਨੇ ਜਿਹੜੇ 1-2% ਨੇ ਜਿਹੜੇ ਭਾਰਤ ਤੋਂ, ਜਿਨ੍ਹਾਂ ਨੂੰ ਇਹ ਵੱਖਵਾਦੀ ਕਹਿੰਦੇ ਨੇ, ਭਾਵੇਂ ਉਹ ਖਾਲਿਸਤਾਨੀ ਹੋਣ ਜਾਂ ਕੁਝ ਹੋਰ ਗਰੁੱਪ ਹੋਣ, ਮਾਓਇਸਟ ਹੋਣ ਜਾਂ ਕੁਝ ਹੋਣ, ਉਹਨਾਂ ਲੋਕਾਂ ਨੂੰ ਫਿਰ ਇਹ ਮੌਕਾ ਮਿਲ ਜਾਂਦਾ ਹੈ ਕਹਿਣ ਦਾ ਕਿ ਤੁਸੀਂ ਰਾਸ਼ਟਰਵਾਦੀ ਜਿਹੜੇ ਲੋਕ ਜੇ, ਜਿਹੜੇ ਭਾਰਤ ਨੂੰ ਆਪਣਾ ਮੁਲਕ ਕਹਿੰਦੇ ਜੇ, ਲਓ ਉੱਥੇ ਕਰ ਲਓ ਗੱਲ, ਉੱਥੇ ਆਹ ਹੋ ਰਿਹਾ ਤੁਹਾਡੇ ਨਾਲ। ਤੇ ਕਿਤੇ ਨਾ ਕਿਤੇ ਕੁਝ ਇੱਕ ਜਿਹੜੇ ਲੋਕ ਨੇ ਫਿਰ ਉਹਨਾਂ ਦੀ ਗੱਲ ਤੋਂ ਅਸਰਅੰਦਾਜ਼ ਵੀ ਹੋ ਜਾਂਦੇ, ਪ੍ਰਭਾਵ ਜਿਹੜਾ ਹੁੰਦਾ ਉਹ ਕਬੂਲ ਵੀ ਕਰ ਲੈਂਦੇ ਨੇ ਕਿ ਵਾਕਿਆ ਯਾਰ ਅਸੀਂ ਫਿਰ ਕੌਣ ਹੋਏ, ਸਾਡੇ ਨਾਲ ਇੰਨਾ ਮਾੜਾ ਵਿਹਾਰ ਸਾਡਾ ਆਪਣਾ ਹੀ ਮੁਲਕ ਕਰ ਰਿਹਾ। ਤੇ ਫਿਰ ਇੱਕ ਬੇਗਾਨਗੀ ਦੀ ਭਾਵਨਾ ਜਿਹੜੀ ਆ ਕਿਤੇ ਨਾ ਕਿਤੇ ਪੈਦਾ ਹੋ ਜਾਂਦੀ ਆ, ਤੇ ਉਹ ਅਨਸਰ ਜਿਹੜੇ ਦੇਸ਼ ਵਿਰੋਧੀ ਹੁੰਦੇ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਆਪਣੀ ਗੱਲ ਨੂੰ ਜਚਾਉਣ ਦਾ। ਤੇ ਇਹ ਭਾਰਤ ਸਰਕਾਰ ਆਪਣੇ ਪੈਰਾਂ 'ਚ ਆਪੇ ਕੁਹਾੜਾ ਨਹੀਂ ਮਾਰ ਰਹੀ। ਅਸਲ 'ਚ ਉਹ ਲੋਕ ਜਿਹੜੇ ਨੇ, ਜਿਹੜੇ 1-2% ਵੀ ਹੈ ਨਹੀਂ, ਮੈਂ ਸਮਝਦਾ ਉਹ ਲੋਕ ਜਿਹੜੀ ਵੀ ਖੇਡ ਰਚਾਉਂਦੇ ਨੇ, ਉਹ ਖੇਡ ਪੇ ਜਿਹੜੀ ਆ ਉਹ ਗਵਰਨਮੈਂਟ ਨੂੰ ਹੀ ਕਰਦੀ ਹੈ। ਤੁਸੀਂ ਜਿਹਨਾਂ ਲੋਕਾਂ ਦਾ ਜ਼ਿਕਰ ਕੀਤਾ, ਉਹ ਲੋਕ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। ਤੇ ਕਿਸਾਨ ਅੰਦੋਲਨ ਨੂੰ ਇਸ ਵੇਲੇ ਪੰਜਾਬ ਜਾਂ ਭਾਰਤ ਦੇ ਵਿੱਚ ਕੌਣ ਤੋੜਨਾ ਚਾਹੁੰਦਾ? ਬਾਰ-ਬਾਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਇਸ ਅੰਦੋਲਨ ਦੇ ਖਿਲਾਫ ਜਿਹੜੀਆਂ ਉਹਨਾਂ ਦੇ ਪਰਦੇ ਫਾਸ਼ ਹੋਏ ਨੇ। ਤੇ ਜਿਹੜੇ ਲੋਕਾਂ ਦਾ ਤੁਸੀਂ ਜ਼ਿਕਰ ਕੀਤਾ ਉਹ ਬਿਲਕੁਲ ਉਹੀ ਕੁਝ ਕਰ ਰਹੇ ਨੇ ਜੋ ਭਾਰਤ ਦੀ ਨਰਿੰਦਰ ਮੋਦੀ ਦੀ ਸਰਕਾਰ ਉਹਨਾਂ ਤੋਂ ਕਰਵਾਉਣਾ ਚਾਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਇਹ ਮੌਕਾ ਹੋਰ ਹੈ ਤੇ ਉਹ ਫੇਰ ਹੋਰ ਬੜੀ ਉੱਚੀ ਸੁਰ ਦੇ ਵਿੱਚ ਇਹ ਸਾਰੀਆਂ ਗੱਲਾਂ ਕਰਨਗੇ। ਇਹਦਾ ਸਿੱਧਾ ਨੁਕਸਾਨ ਤਾਂ ਫਿਰ ਲਾਜ਼ਮੀ ਤੌਰ ਤੇ ਕਿਸਾਨ ਅੰਦੋਲਨ ਨੂੰ ਹੋਣਾ ਹੈ, ਕਿਸੇ ਵੀ ਕਿਸਮ ਦੀ ਉਸ ਮੂਵਮੈਂਟ ਨੂੰ ਹੋਣਾ ਹੈ ਜਿਹੜੀ ਮੂਵਮੈਂਟ ਜਿਹੜੀ ਹੈ ਲੋਕਾਂ ਦੇ ਭਲੇ ਵਾਸਤੇ ਚੱਲਦੀ ਹੋਵੇ।
ਭਾਰਤ ਸਰਕਾਰ ਇਹਦੇ ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਇਹਦੇ ਤੇ ਕੋਈ ਨਾ ਕੋਈ ਉਹਨੂੰ ਸਪਸ਼ਟੀਕਰਨ ਦੇਣਾ ਪਏਗਾ ਜਾਂ ਇਹਨੂੰ ਆਪਣੇ ਕਦਮ ਨੂੰ ਰਿਵਰਸ ਕਰਨਾ ਪਏਗਾ। ਮੈਨੂੰ ਲੱਗਦਾ ਹੈ ਕਿ ਕਿਉਂਕਿ ਭਾਰਤੀ ਮੂਲ ਦੇ ਜਿਹੜੇ ਤੁਸੀਂ ਲੋਕ ਹੋ, ਚਾਹੇ ਕਿਤੇ ਵੀ ਬੈਠੇ ਹੋ, ਅਮਰੀਕਾ ਚੋਂ, ਕੈਨੇਡਾ ਚੋਂ, ਤੇ ਸਪੈਸ਼ਲੀ ਕੈਨੇਡਾ ਦੀ ਮੈਂ ਗੱਲ ਕਰਾਂ ਜਾਂ ਇੰਗਲੈਂਡ ਹੈ, ਤੁਸੀਂ ਉੱਥੇ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਵੀ ਇੱਕ ਵੱਜਵਾਂ ਦਖਲ ਦਿੱਤਾ ਹੈ। ਤੁਹਾਡੇ ਕੋਲ ਮੀਡੀਆ ਦੇ ਬਹੁਤ ਵੱਡੇ ਅਦਾਰੇ ਨੇ, ਪੰਜਾਬੀ ਮੀਡੀਆ ਕਾਫੀ ਡਿਵੈਲਪ ਹੈ ਤੁਹਾਡੇ ਇਹਨਾਂ ਮੁਲਕਾਂ ਦੇ ਵਿੱਚ, ਤੇ ਉਹਦਾ ਵੀ ਇੱਕ ਅਸਰ ਰਹੇਗਾ। ਤੇ ਸ਼ਾਇਦ ਤੁਹਾਡੀ ਸਰਕਾਰ ਵੀ, ਜਸਟਿਨ ਟਰੂਡੋ ਫੇਰ ਤੋਂ ਬਣੇ ਨੇ ਪ੍ਰਧਾਨ ਮੰਤਰੀ, ਉਹਨਾਂ ਦੀ ਸਰਕਾਰ ਵੀ ਇਸ ਮਸਲੇ ਨੂੰ ਉਠਾਏਗੀ, ਤੁਹਾਡੀ ਪਾਰਲੀਮੈਂਟ ਦੇ ਵਿੱਚ ਵੀ ਇਹ ਮਸਲਾ ਉੱਠੇਗਾ, ਤੇ ਫਿਰ ਭਾਰਤ ਸਰਕਾਰ ਦੇ ਉੱਤੇ ਇੱਕ ਦਬਾਅ ਦੀ ਸਥਿਤੀ ਜ਼ਰੂਰ ਬਣੇਗੀ ਮੈਨੂੰ ਲੱਗਦਾ ਹੈ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਫੈਸਲਾ ਕੀਤਾ ਗਿਆ, ਇਸ ਫੈਸਲੇ ਦੇ ਪਿੱਛੇ ਕਿਹਦਾ ਦਿਮਾਗ ਕੰਮ ਕਰਦਾ ਹੈ, ਕਿ ਅਜੀਤ ਡੋਭਾਲ ਦਾ ਹੀ ਕੰਮ ਕਰਦਾ ਹੈ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਸਾਡਾ ਹੈਗਾ ਕੌਮੀ ਸਲਾਹਕਾਰ ਐਡਵਾਈਜ਼ਰ ਹੈ, ਜਾਂ ਕਿਸੇ ਹੋਰ ਦਾ ਕਰਦਾ ਹੈ, ਜਾਂ ਕਿਹੜੀ ਖੇਡ ਖੇਡੀ ਜਾ ਰਹੀ ਹੈ, ਕਿਉਂ ਇਹ ਸਾਰਾ ਕੁਝ ਕੀਤਾ ਜਾ ਰਿਹਾ। ਕੁਝ ਲੋਕ ਜਿਹੜੇ ਆ ਇੱਥੇ ਫਿਜ਼ੀਕਲੀ ਵੀ ਇਸ ਵੇਲੇ ਅੰਦੋਲਨ ਦੇ ਵਿੱਚ ਬੈਠੇ ਆ, ਜਿਹੜੇ ਆਪਣਾ ਸਾਰਾ ਕੁਝ ਛੱਡ ਛਡਾ ਕੇ ਇੱਥੇ ਆਏ ਹੋਏ ਨੇ, ਅਮਰੀਕਾ ਤੋਂ ਆਏ ਹੋਏ ਨੇ, ਕੈਨੇਡਾ ਤੋਂ ਆਏ ਹੋਏ ਨੇ, 11 ਮਹੀਨਿਆਂ ਤੋਂ ਕੁਝ ਲੋਕ ਬੈਠੇ ਨੇ। ਡਾਕਟਰ ਸਵੈਮਾਨ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਹੁਣ ਏਦਾਂ ਦੇ ਜਿਹੜੇ ਲੋਕ ਆ ਉਹਨਾਂ ਤੇ ਵੀ ਇੱਕ ਸ਼ਿਕੰਜਾ ਕੱਸਣ ਦੀ ਤਿਆਰੀ ਰਹੇਗੀ। ਸੋ ਖਤਰੇ ਬਰਕਰਾਰ ਨੇ। ਇੱਕ ਪਾਸੇ ਗੱਲ ਚੱਲ ਰਹੀ ਹੈ ਵੀ ਹਾਂ ਜੀ ਸਰਕਾਰ ਤਾਂ ਜੀ ਬੜੀ ਸੁਹਿਰਦ ਹੈ, ਪੰਜਾਬ ਦੇ ਵਿੱਚ ਆ ਕੇ ਆਪਣੀ ਜਿਹੜੀ ਇਲੈਕਸ਼ਨ ਕੰਪੇਨ ਲਾਂਚ ਕੀਤੀ, ਗਜੇਂਦਰ ਸ਼ੇਖਾਵਤ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ, ਕੇਂਦਰੀ ਮੰਤਰੀ ਹੈ, ਉਹਨਾਂ ਨੇ ਆਪਣੀ ਇੱਕ ਜਦੋਂ ਇੱਥੇ ਕੰਪੇਨ ਲਾਂਚ ਕੀਤੀ ਨਵਾਂ ਪੰਜਾਬ ਭਾਜਪਾ ਦੇ ਨਾਲ, ਤੇ ਨਾਲ ਇਹ ਕਿਹਾ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ, ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿਸਾਨਾਂ ਨਾਲ। ਕੈਪਟਨ ਅਮਰਿੰਦਰ ਜੋ ਦਿੱਲੀ ਗਿਆ, ਦਿੱਲੀ ਜਾਣ ਤੋਂ ਪਹਿਲਾਂ ਕਹਿ ਕੇ ਗਿਆ ਕਿ ਬੈਕ ਚੈਨਲ ਬਹੁਤ ਸਾਰੀ ਗੱਲ ਕਿਸਾਨਾਂ ਨਾਲ ਭਾਰਤ ਸਰਕਾਰ ਦੀ ਚੱਲ ਰਹੀ ਹੈ। ਇੱਕ ਪਾਸੇ ਭਾਰਤ ਸਰਕਾਰ ਚਾਹੁੰਦੀ ਹੈ ਗੱਲ ਕਰਨੀ ਹੈ, ਮਸਲਾ ਹੱਲ ਕਰਨਾ ਹੈ, ਦੂਜੇ ਪਾਸੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਾਂ ਇਸ ਤਰ੍ਹਾਂ ਦੇ ਫੈਸਲੇ ਕਰਕੇ ਇਸ ਅੰਦੋਲਨ ਨੂੰ ਕਮਜ਼ੋਰ ਜਾਂ ਤੋੜਨ ਜਾਂ ਮਨੋਬਲ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ। ਇਹ ਜਿਹੜੀ ਇੱਕ ਡਬਲ ਖੇਡ ਜਿਹੜੀ ਖੇਡੀ ਜਾ ਰਹੀ ਹੈ, ਡਬਲ ਗੇਮ ਜਿਹੜੀ ਸਰਕਾਰ ਖੇਡ ਰਹੀ ਹੈ, ਇਹਦੇ ਪਿੱਛੇ ਉਹਨਾਂ ਦੀ ਮਨਸ਼ਾ ਸਾਫ਼ ਤੌਰ ਤੇ ਇਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਦੇ ਮਦਦਗਾਰ ਜਿਹੜੇ ਲੋਕ ਹੈ ਉਹਨਾਂ ਨੂੰ ਡਰਾਇਆ ਜਾਏ, ਧਮਕਾਇਆ ਜਾਏ, ਬਿਠਾਇਆ ਜਾਏ, ਤੇ ਨਾਲ ਦੀ ਨਾਲ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਏ, ਤੇ ਇਸ ਅੰਦੋਲਨ ਦਾ ਭੋਗ ਪਾ ਦਿੱਤਾ ਜਾਏ। ਇਹ ਮਨਸ਼ਾ ਪਿੱਛੇ ਕੰਮ ਕਰ ਰਹੀ ਹੈ, ਜਿਹਦੇ ਕਰਕੇ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆ ਉਹ ਬਾਹਰ ਆ ਰਹੇ ਨੇ। ਜੀ ਪਿਛਲੇ ਦਿਨੀ ਦਸਾਂਝ ਸਾਹਿਬ, ਭਾਰਤ ਦੀ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਜਿਸ ਤਰੀਕੇ ਨਾਲ ਤੁਸੀਂ ਦੇਸ਼ ਧਰੋਹ ਦਾ ਟੈਗ ਲਾ ਦਿੰਦੇ ਹੋ ਜਿਹੜੇ ਜਣੇ ਖਣੇ ਵਿਅਕਤੀ ਤੇ, ਜਿਹੜਾ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਡੀ ਪਾਲਿਸੀ ਨੂੰ ਪਸੰਦ ਨਹੀਂ ਕਰਦਾ, ਉਹਨੂੰ ਚੁੱਕ ਕੇ ਜੇਲ੍ਹ 'ਚ ਸੁੱਟ ਦਿੰਦੇ ਹੋ, ਤੇ ਇਹ ਤੁਹਾਡਾ ਜਿਹੜਾ ਕਾਰਾ ਆ ਜੋ ਜਿੱਦਾਂ ਤੁਸੀਂ ਕਰਦੇ ਹੋ, ਇਹ ਗੈਰ ਸੰਵਿਧਾਨਕ ਵੀ ਆ ਤੇ ਗੈਰ ਕਾਨੂੰਨੀ ਵੀ ਆ। ਉਸ ਕਾਨੂੰਨ ਦੇ ਉੱਤੇ ਬਾਰ-ਬਾਰ ਜਿਹੜੀ ਸੁਪਰੀਮ ਕੋਰਟ ਨੇ ਗੱਲ ਕੀਤੀ ਆ, ਮੇਰੇ ਖਿਆਲ 'ਚ ਘੱਟੋ ਘੱਟ 3 ਵਾਰੀ ਜਾਂ 4 ਵਾਰੀ ਇਹ ਗੱਲ ਸਾਹਮਣੇ ਆਈ ਆ। ਤੇ ਦੇਸ਼ ਧਰੋਹੀ ਤੇ ਉਹ ਵਿਅਕਤੀ ਹੁੰਦੇ ਆ ਜਿਹੜੇ ਵਿਅਕਤੀ ਦੇਸ਼ ਦੇ ਸੰਵਿਧਾਨ ਨੂੰ ਨਾ ਮੰਨ ਕੇ ਕੋਈ ਐਸੇ ਕੰਮ ਕਰਦੇ ਜਿਹੜੇ ਗੈਰ ਸੰਵਿਧਾਨਕ ਹੁੰਦੇ ਆ, ਜਾਂ ਜਿਹੜੀ ਸਾਡੀ ਸੋਸਾਇਟੀ ਰੈਕੋਗਨਾਈਜ਼ ਨਹੀਂ ਕਰਦੀ ਉਹ ਕੰਮ ਕਰਦੇ ਆ, ਉਹਨਾਂ ਨੂੰ ਦੇਸ਼ ਧਰੋਹੀ ਕਿਹਾ ਜਾ ਸਕਦਾ। ਜੇ ਸੰਵਿਧਾਨ ਦੀ ਸਹੁੰ ਚੁੱਕ ਕੇ ਲੋਕ ਸੰਵਿਧਾਨ ਤੋਂ ਉਲਟ ਕਾਰੇ ਕਰਨ ਲੱਗ ਪਣ, ਤੇ ਫਿਰ ਉਹਨਾਂ ਨੂੰ ਕਿਹੜਾ ਟੈਗ ਦਿੱਤਾ ਜਾਵੇ? ਦੇਸ਼ ਧਰੋਹੀ ਉਹ ਹੋਏ ਜਾਂ ਆਮ ਸਧਾਰਨ ਭਾਰਤ ਦੇ ਨਾਗਰਿਕ ਹੋਏ? ਦੇਸ਼ ਧਰੋਹੀ ਤੇ ਉਹ ਹੋਏ ਨਾ ਜਿਹੜੇ ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ਵੀ ਸੰਵਿਧਾਨ ਨੂੰ ਪੈਰ ਤੇ ਰੋਲ ਰਹੇ ਆ, ਪੈਰਾਂ ਥੱਲੇ। ਇਹ ਅਸੀਂ ਤੁਸੀਂ ਤਾਂ ਬਿਲਕੁਲ ਏਦਾਂ ਸਮਝਦੇ ਆ ਜੀ। ਸੰਵਿਧਾਨ ਦੀ ਸਹੁੰ ਚੱਕ ਕੇ, ਸੰਵਿਧਾਨ ਦਾ ਹਲਫ ਲੈ ਕੇ, ਸੰਵਿਧਾਨ ਦੇ ਖਿਲਾਫ ਜੇ ਕਿਸੇ ਨੇ ਕੰਮ ਕੀਤਾ ਹੈ ਤਾਂ ਉਹ ਭਾਰਤ ਸਰਕਾਰ ਹੈ। ਸੰਵਿਧਾਨ ਦਾ ਹਲਫ ਲੈ ਕੇ ਸਰਕਾਰ 'ਚ ਆਏ ਨਰਿੰਦਰ ਮੋਦੀ, ਅਮਿਤ ਸ਼ਾਹ, ਇਹਨਾਂ ਨੇ ਜਿਹੜੇ 3 ਖੇਤੀ ਕਾਨੂੰਨ ਬਣਾਏ ਨੇ, ਉਹ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਹੈ। ਜਦੋਂ ਸੁਪਰੀਮ ਕੋਰਟ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੀ ਹੈ, ਤੇ ਜਦੋਂ ਸੁਪਰੀਮ ਕੋਰਟ ਧਰਨੇ ਵਾਲੇ ਥਾਵਾਂ ਨੂੰ ਵੀ ਖਾਲੀ ਕਰਨ ਦੇ ਨਿਰਦੇਸ਼ ਦਿੰਦੀ ਹੈ ਕਿ ਕਿਸਾਨਾਂ ਨੂੰ ਆਪਣੇ ਹੱਕ ਹਕੂਕ ਤਾਂ ਹੈ ਕਿ ਉਹ ਪ੍ਰਦਰਸ਼ਨ ਕਰਨ, ਪਰ ਕਿਸਾਨ ਅਣਮਿੱਥੇ ਸਮੇਂ ਲਈ ਰਸਤਾ ਨਹੀਂ ਰੋਕ ਸਕਦੇ, ਉਦੋਂ
ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਸੁਪਰੀਮ ਕੋਰਟ ਨੂੰ ਵੀ ਪਹਿਲੀ ਗੱਲ ਤਾਂ ਰਸਤਾ ਅਸੀਂ ਨਹੀਂ ਰੋਕਿਆ ਹੋਇਆ, ਰਸਤਾ ਬੈਰੀਕੇਡਿੰਗ ਕੀਤੀ ਹੋਈ ਹੈ ਪੁਲਿਸ ਨੇ। ਦੂਜੀ ਗੱਲ ਹੈ, ਜੇ ਤੁਸੀਂ ਇਹ ਕਹਿ ਰਹੇ ਹੋ ਤਾਂ ਤੁਹਾਨੂੰ ਇਹ ਵੀ ਕਹਿਣਾ ਚਾਹੀਦਾ ਹੈ ਸਰਕਾਰ ਨੂੰ ਕਿ ਸਰਕਾਰ ਨੇ ਸਟੇਟ ਇਸ਼ੂ ਜਿਹੜਾ ਆ, ਸਟੇਟ ਸਬਜੈਕਟ ਜਿਹੜਾ ਆ, ਉਹ ਆਪਣੇ ਹੱਥ 'ਚ ਲੈ ਕੇ ਸੰਵਿਧਾਨ ਦੇ ਮੁਤਾਬਕ ਐਗਰੀਕਲਚਰ ਸਟੇਟ ਸਬਜੈਕਟ ਹੈ ਤੇ ਸਰਕਾਰ ਨੇ ਸਟੇਟ ਸਬਜੈਕਟ ਆਪਣੇ ਹੱਥ 'ਚ ਲੈ ਕੇ 3 ਖੇਤੀ ਕਾਨੂੰਨ ਬਣਾਏ ਹੈ। ਇਹ ਸੰਵਿਧਾਨ ਦੀ ਉਲੰਘਣਾ ਹੈ। ਸੁਪਰੀਮ ਕੋਰਟ ਨੂੰ ਇਹਦੇ ਤੇ ਵੀ ਗੱਲ ਕਰਨੀ ਚਾਹੀਦੀ ਹੈ। ਤੇ ਉਦੋਂ ਆਪਾਂ ਨੂੰ ਦੇਖ ਰਹੇ ਹਾਂ ਕਿ ਸੰਵਿਧਾਨ ਦੀ ਉਲੰਘਣਾ ਕਰਨ ਵਾਲਾ ਉਹ ਦੇਸ਼ ਦਾ ਹਾਕਮ ਹੈ ਤੇ ਕੌਣ ਫਿਰ ਦੇਸ਼ ਧਰੋਹੀ ਹੈ। ਸੰਵਿਧਾਨ ਦੀ ਰਾਖੀ ਕਰਨ ਵਾਲੇ ਲੋਕ ਉਹ ਲੋਕ ਨੇ ਜਿਹੜੇ ਸੜਕਾਂ ਤੇ ਬੈਠੇ ਨੇ, ਉਹ ਸੰਵਿਧਾਨ ਦੀ ਰਾਖੀ ਦੀ ਹੀ ਮੰਗ ਕਰ ਰਹੇ ਨੇ। ਉਹ ਸੰਵਿਧਾਨ ਦੀ ਰਾਖੀ ਕਰਨ ਵਾਲੇ ਉਹ ਲੋਕ ਨੇ ਜਿਹੜੇ ਇਸ ਦੇਸ਼ ਨੂੰ ਸੈਕੂਲਰ ਹੀ ਦੇਖਣਾ ਚਾਹੁੰਦੇ ਨੇ ਤੇ ਉਹਦੇ ਲਈ ਹਰ ਕੁਰਬਾਨੀ ਕਰਦੇ ਨੇ। ਤੇ ਸਾਡੀ ਜਿਹੜੀ ਕਹਿ ਲਓ ਵੀ ਵੰਨਸਵੰਨਤਾ ਵਾਲੀ ਜਿਹੜੀ ਸਾਡੀ ਸੁਸਾਇਟੀ ਆ, ਸਾਡਾ ਸਮਾਜ ਹੈ, ਸਾਂਝੀ ਤਹਿਜ਼ੀਬ ਵਾਲਾ ਜਿਹੜਾ ਸਾਡਾ ਮੁਲਕ ਹੈ, ਉਹਨੂੰ ਇੱਕ ਰੰਗਾ ਬਣਾਉਣ ਵਾਲੇ ਜਿਹੜੇ ਲੋਕ ਨੇ ਜਾਂ ਇੱਕ ਰੰਗਾ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਨੇ, ਉਹ ਸਾਡੇ ਹਾਕਮ ਨੇ। ਫਿਰ ਕੌਣ ਤੋੜ ਰਿਹਾ ਹੈ ਸਾਡੀ ਇਹ ਸਾਂਝੀ ਤਹਿਜ਼ੀਬ ਨੂੰ? ਕੌਣ ਸੰਵਿਧਾਨ ਦਾ ਮਰਡਰਰ ਹੈ? ਸੋ ਇਸ ਕਰਕੇ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਵੀ ਲੋਕਾਂ ਨੂੰ ਹੀ ਹੁਣ ਉਹਨਾਂ ਦੇ ਮੱਥੇ 'ਚ ਚੀਜ਼ਾਂ ਚਿਰਾਗ ਬਲੇ ਤੇ ਲੋਕ ਹੀ ਇਹਦੀ ਦਵਾਈ ਦਾ ਕੰਮ ਕਰਨਗੇ। ਸਿਆਸੀ ਤੌਰ ਦੇ ਉੱਤੇ ਜਿਸ ਦੌਰ 'ਚੋਂ ਅਸੀਂ ਲੰਘ ਰਹੇ ਹਾਂ, ਇਹ ਅੰਧਰਾਤੇ ਦਾ ਦੌਰ ਹੈ। ਸਿਆਸੀ ਅੰਧਰਾਤੇ ਦੇ ਅਸੀਂ ਬਹੁਤ ਬੁਰੇ ਦੌਰ 'ਚੋਂ ਗੁਜ਼ਰ ਰਹੇ ਹਾਂ ਤੇ ਇਸ ਕਰਕੇ ਭਵਿੱਖ ਜਿਹੜਾ ਆ ਉਹ ਲੱਗਦਾ ਹੈ ਕਿ ਬੜਾ ਅੰਧਕਾਰਮਈ ਹੈ। ਤੇ ਪਰ ਇਸ ਭਵਿੱਖ ਨੂੰ ਰੌਸ਼ਨ ਕਰਨ ਦਾ ਜਿਹੜਾ ਕੰਮ ਹੈ, ਉਹ ਲੋਕਾਂ ਦੀ ਜਿਹੜੀ ਇੱਕ ਸੋਚ ਹੈ, ਸਮਝ ਹੈ ਤੇ ਭਵਿੱਖ ਦੇ ਵਿੱਚ ਸਮਝ ਦਾ ਪੱਕਾ ਹੁੰਦਾ ਜਾਣਾ, ਮਜ਼ਬੂਤ ਹੁੰਦਾ ਜਾਣਾ ਤੇ ਉਹਦਾ ਅੰਦੋਲਨ ਦੇ ਵਿੱਚ ਬਦਲਦਾ ਚਲਿਆ ਜਾਣਾ, ਇਹੀ ਸ਼ਾਇਦ ਬਿਹਤਰ ਭਵਿੱਖ ਦਾ ਜ਼ਾਮਨ ਹੋ ਸਕਦਾ ਹੈ। ਨਹੀਂ ਤਾਂ ਜਿਸ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ, ਇਸ ਦੌਰ ਨੇ ਜੇਕਰ 15-20 ਸਾਲ ਏਦਾਂ ਹੀ ਲਗਾਤਾਰ ਗਲਬਾ ਬਣਾ ਕੇ ਰੱਖਿਆ ਤਾਂ ਸਾਡੀ ਮੁਸੀਬਤ ਜਿਹੜੀ ਹੈ ਭਾਰਤੀਆਂ ਦੀ ਬਹੁਤ ਵੱਡੇ ਪੱਧਰ ਤੇ ਵਧਣ ਵਾਲੀ। ਜੀ ਦਸਾਂਝ ਸਾਹਿਬ, ਪ੍ਰਸ਼ਾਂਤ ਕਿਸ਼ੋਰ ਦਾ ਜ਼ਿਕਰ ਗੱਲਾਂ ਤੇ ਬਹੁਤ ਸਾਰੀਆਂ ਕੀਤੀਆਂ ਜਾ ਸਕਦੀਆਂ। ਦੇਸ਼ ਧਰੋਹ ਦੇ ਉੱਤੇ ਸਰਕਾਰਾਂ ਜਿਹੜੀਆਂ ਉਹ ਸਾਜ਼ਿਸ਼ਾਂ ਨਹੀਂ ਕਰਦੀਆਂ ਹੁੰਦੀਆਂ, ਉਹਨਾਂ ਦੇ ਕੰਮ ਬੜੇ ਟਰਾਂਸਪੇਰੈਂਸੀ ਵਾਲੇ ਹੁੰਦੇ ਆ। ਉਹਨਾਂ ਨੂੰ ਸਾਫ਼ ਸੁਥਰੇ ਤੌਰ ਤੇ ਸਾਹਮਣੇ ਆ ਕੇ ਗੰਦੀ ਰਾਜਨੀਤੀ ਨਹੀਂ ਖੇਡਣੀ ਚਾਹੀਦੀ। ਉਹਨਾਂ ਨੂੰ ਚਾਹੀਦਾ ਕਿ ਆਪਣੇ ਨਾਗਰਿਕਾਂ ਨੂੰ ਉਹਨਾਂ ਦੇ ਜਿਹੜੇ ਹੱਕ ਆ ਉਹ ਬਹਾਲ ਕਰਨ ਤੇ ਉਹਨਾਂ ਨਾਲ ਘੱਟੋ ਘੱਟ ਗੱਲਬਾਤ ਦੀ ਟੇਬਲ ਤੇ ਆਉਣ, ਜਾਂ ਉਹਨਾਂ ਨੂੰ ਸਮਝਾ ਲੈਣ ਕਿ ਅਸੀਂ ਤੁਹਾਡੇ ਭਲੇ ਲਈ ਕਰ ਰਹੇ ਸੀਗੇ, ਇਹਦੇ 'ਚ ਆਹ ਚੀਜ਼ਾਂ ਨੇ, ਜੇ ਤੁਹਾਨੂੰ ਨਹੀਂ ਮਨਜ਼ੂਰ ਤੇ ਅਸੀਂ ਇਹਨੂੰ ਖਤਮ ਕਰ ਲੈਂਦੇ ਹਾਂ ਜਾਂ ਫਿਰ ਦੁਬਾਰਾ ਨਵੇਂ ਸਿਰੇ ਤੋਂ ਬਣ ਸਕਦੇ ਆ, ਜੇਕਰ ਸਰਕਾਰ ਜਿਹੜੀ ਆ ਉਹ ਸਰਕਾਰ ਹੋਵੇ। ਤੇ ਜੇ ਕੋਈ ਉੱਥੇ 2-4 ਵਿਅਕਤੀ ਜਿਹੜੇ ਹੋਣ ਹੀ ਗੈਰ ਸਮਾਜਿਕ ਤੌਰ ਤੇ ਉਹ ਲੋਕ ਹੋਣ ਤੇ ਉਹ ਉੱਥੇ ਕਾਬਜ ਹੋ ਜਾਣ, ਤੇ ਫਿਰ ਉਮੀਦ ਕਰਨੀ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਨਿਰਾਸ਼ਾ ਹੁੰਦੀ ਆ। ਫਿਰ ਦੁੱਖ ਵੀ ਹੁੰਦਾ, ਨਾਲ ਨਾਲ ਨਿਰਾਸ਼ਤਾ ਵੀ ਹੁੰਦੀ ਆ। ਦੂਜੇ ਪਾਸੇ ਭਾਰਤੀ ਰਾਜਨੀਤੀ ਇੱਕ ਬੜਾ ਨਾਂ ਸੀਗਾ ਪ੍ਰਸ਼ਾਂਤ ਕਿਸ਼ੋਰ ਹੋਰਾਂ ਦਾ। ਅੱਜ ਉਹਨਾਂ ਦਾ ਵੀ ਬਿਆਨ ਇੱਕ ਸਾਹਮਣੇ ਆਇਆ ਕਿ ਰਾਹੁਲ ਗਾਂਧੀ ਇਹ ਭੁੱਲ ਜਾਣ ਕਿ ਜੋ ਚੱਲ ਰਿਹਾ ਫਿਨੋਮਨਾ ਆ ਭਾਰਤੀ ਜਨਤਾ ਪਾਰਟੀ ਦਾ, ਇਹ ਕੋਈ 5-7 ਸਾਲ ਦਾ ਆ। ਆਉਣ ਵਾਲੇ ਕਈ ਦਹਾਕੇ ਤੁਸੀਂ ਇਹਨੂੰ ਲਾਂਭੇ ਨਹੀਂ ਕਰ ਸਕੋਗੇ। ਇਹ ਕਿਸਮ ਦਾ ਭਾਰਤ ਦੇ ਲੋਕਾਂ ਨੂੰ ਵੀ ਚੈਲੰਜ ਹੋ ਸਕਦਾ। ਉਹਨਾਂ ਦੀ ਆਪਣੀ ਨਿਰਾਸ਼ਤਾ ਹੋਵੇ ਕਿਉਂਕਿ ਕਾਂਗਰਸ ਪਾਰਟੀ 'ਚ ਜੋ ਚਾਹੁੰਦੇ ਸੀ ਉਹਨਾਂ ਨੂੰ ਨਹੀਂ ਮਿਲਿਆ, ਪਰ ਉਹਨਾਂ ਦੇ ਬਿਆਨ ਨੂੰ ਤਵੱਜੋ ਜ਼ਰੂਰ ਲੋਕ ਦਿੰਦੇ ਕਿਉਂਕਿ ਉਹ ਇੱਕ ਬੜੇ ਸਫਲ ਖਿਲਾੜੀ ਕਹੇ ਜਾਂਦੇ ਆ ਚੋਣਾਂ ਜਿਤਾਉਣ ਤੇ ਹਰਾਉਣ 'ਚ। ਤੇ ਉਹਨਾਂ ਦਾ ਇਹ ਬਿਆਨ ਆਉਣਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚੱਲ ਰਿਹਾ ਇਹ ਫਿਨੋਮਨਾ ਆ, ਇਹ ਲੰਮਾ ਸਮਾਂ ਭਾਰਤੀਆਂ ਦਾ ਖੜਾ ਛੱਡਣ ਵਾਲਾ ਨਹੀਂ। ਇਸ ਖਬਰ ਨੂੰ ਕਿੱਦਾਂ ਲੈਂਦੇ ਹੋ? ਦੇਖੋ, ਇੱਕ ਗੱਲ ਤਾਂ ਜਿਹੜੀ ਤੁਸੀਂ ਕਹੀ ਆ, ਹੋ ਸਕਦਾ ਕਿ ਉਹਨਾਂ ਦੀ ਇਹਦੇ ਚੋਂ ਨਿਰਾਸ਼ਾ ਵੀ ਝਲਕਦੀ ਹੋਵੇ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਬਹੁਤ ਨੇੜੇ ਲੱਗ ਚੁੱਕੇ ਸੀ। ਲੰਬੀਆਂ ਮੈਰਾਥਨ ਮੀਟਿੰਗਸ ਹੋ ਚੁੱਕੀਆਂ ਸੀ। ਕਿਹਾ ਜਾ ਰਿਹਾ ਸੀ ਕਿ ਉਹ ਕਾਂਗਰਸ ਪਾਰਟੀ ਨੂੰ ਜੁਆਇਨ ਕਰਨਗੇ ਤੇ ਫਿਰ ਕੋਈ ਫਾਰਮੂਲਾ ਆਪਣਾ ਜਿਹੜਾ ਆ ਉਹਨੂੰ ਇਸ ਢੰਗ ਨਾਲ ਇੰਪੋਜ਼ ਕਰਨਗੇ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹਨੂੰ ਸੰਜੀਵਨੀ ਮਿਲ ਸਕੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਬੈਕਫੁੱਟ ਤੇ ਆ ਸਕੇ। ਉਹਨਾਂ ਨੂੰ ਉਹ ਮੌਕਾ ਨਹੀਂ ਮਿਲਿਆ ਜਾਂ ਉਹਨਾਂ ਦੀ ਜਿਹੜੀ ਹੈ ਤਾਲਮੇਲ ਸ਼ਾਇਦ ਜਾਂ ਬਿਹਤਰ ਤਾਲਮੇਲ ਨਹੀਂ ਬੈਠਿਆ ਤੇ ਉਹ ਨਿਰਾਸ਼ ਤਾਂ ਲਾਜ਼ਮੀ ਤੌਰ ਤੇ ਹੋਏ ਤੇ ਉਹ ਫਿਰ ਸਾਈਡ ਤੇ ਹੋ ਗਏ। ਤੇ ਜਿਹੜਾ ਇਹ ਬਿਆਨ ਹੈ ਕੇਵਲ ਇੱਕ ਸਤਰੀ ਬਿਆਨ ਨਹੀਂ ਹੈ।
ਇਹਦੀ ਡਿਟੇਲ ਜਿਹੜੀ ਆ ਬਿਆਨ ਦੀ, ਜਿਹੜੀ ਮੈਂ ਥੋੜੀ ਜਿਹੀ ਪੜ੍ਹੀ ਹੈ, ਉਹਦੇ ਚ ਉਹਨਾਂ ਨੇ ਜਿਹੜੇ ਤਰਕ ਦਿੱਤੇ ਨੇ, ਲੌਜਿਕ ਜਿਹੜੇ ਦਿੱਤੇ ਨੇ, ਉਹ ਕਾਫੀ ਹੱਦ ਤੱਕ ਦਰੁਸਤ ਨੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਨਰਿੰਦਰ ਮੋਦੀ ਕਿਤੇ ਨਹੀਂ ਜਾਂਦੇ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਹਾਰ ਸਕਦੇ ਨੇ, ਨਰਿੰਦਰ ਮੋਦੀ ਜਾ ਸਕਦੇ ਨੇ, ਪਰ ਭਾਰਤੀ ਜਨਤਾ ਪਾਰਟੀ ਲੰਮੇ ਸਮੇਂ ਤੱਕ ਭਾਰਤ ਦੀ ਸਿਆਸਤ ਦੇ ਕੇਂਦਰ 'ਚ ਰਹੇਗੀ, ਪਾਸੇ ਨਹੀਂ ਹੁੰਦੀ ਭਾਰਤੀ ਜਨਤਾ ਪਾਰਟੀ। ਉਹਨਾਂ ਨੇ ਕਿਹਾ ਕਿ ਇੱਕ 40-45 ਸਾਲ ਦਾ ਸਮਾਂ ਸੀ ਜਦੋਂ ਭਾਰਤੀ ਸਿਆਸਤ ਦੇ ਕੇਂਦਰ 'ਚ ਕਾਂਗਰਸ ਰਹੀ। ਹੁਣ ਭਾਰਤੀ ਜਨਤਾ ਪਾਰਟੀ ਭਾਰਤੀ ਸਿਆਸਤ ਦੇ ਕੇਂਦਰ 'ਚ ਰਹੇਗੀ। ਵਿਅਕਤੀ ਕੋਈ ਆਉਂਦਾ ਜਾਂਦਾ ਇਹ ਵੱਖਰੀ ਗੱਲ ਹੈ, ਪਰ ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਹੁਣ ਨਜ਼ਰਅੰਦਾਜ਼ ਨਹੀਂ ਕਰ ਸਕਦੇ ਵੀ ਜਿਹੜਾ ਇਹ ਭਰਮ ਜਿਹਾ ਹੈ ਰਾਹੁਲ ਗਾਂਧੀ ਜਾਂ ਕਿਸੇ ਨੂੰ ਵੀ ਇਹ ਭਰਮ ਨਾ ਹੋਵੇ ਵੀ ਜਦੋਂ ਨਰਿੰਦਰ ਮੋਦੀ ਸੱਤਾ 'ਚ ਨਹੀਂ ਰਹਿਣਗੇ ਤਾਂ ਭਾਰਤੀ ਜਨਤਾ ਪਾਰਟੀ ਵੀ ਨਹੀਂ ਰਹੇਗੀ। ਨਰਿੰਦਰ ਮੋਦੀ ਸੱਤਾ 'ਚ ਨਾ ਰਹਿਣ ਕੋਈ ਗੱਲ ਨਹੀਂ, ਪਰ ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਭਾਰਤੀ ਸਿਆਸਤ ਦੇ ਕੇਂਦਰ ਤੋਂ ਹੁਣ ਸਾਈਡ ਤੇ ਰੱਖ ਕੇ ਨਹੀਂ ਦੇ ਸਕਦੇ। ਕਾਰਨ ਉਹਨਾਂ ਨੇ ਜਾਂ ਤਰਕ ਉਹਨਾਂ ਨੇ ਇਹ ਦਿੱਤਾ ਵੀ ਇਸ ਵੇਲੇ ਭਾਰਤ ਦੇ ਵਿੱਚ 2/3 ਜਿਹੜੀ ਆਬਾਦੀ ਹੈਗੀ ਆ ਉਹ ਇਸ ਸੱਤਾ ਦੇ ਖਿਲਾਫ ਹੈ, ਤੇ ਮਤਲਬ 1/3 ਲੋਕ ਹੀ ਹੈ ਜਿਨ੍ਹਾਂ ਨੇ ਚੁਣਿਆ ਹੋਇਆ ਨਰਿੰਦਰ ਮੋਦੀ ਨੂੰ, ਬਾਕੀ ਸਾਰਾ ਮੁਲਕ ਇਹਦੇ ਖਿਲਾਫ ਹੈ। ਤੇ ਉਹ ਜਿਹੜੀ ਖਿਲਾਫਤ ਕਰਨ ਵਾਲੇ ਲੋਕ ਨੇ ਉਹ ਇੰਨੀ ਬੁਰੀ ਤਰ੍ਹਾਂ ਵੰਡੇ ਹੋਏ ਆ ਕਿ 1/3 ਵੋਟ ਲੈ ਕੇ ਵੀ ਇਹ ਲੋਕ ਇੱਥੇ ਹਕੂਮਤ ਕਰ ਰਹੇ ਆ, ਤੇ ਕਾਂਗਰਸ ਵੀ ਏਦਾਂ ਕਰਦੀ ਰਹੀ। ਸੋ ਜਿੰਨੀ ਦੇਰ ਤੱਕ ਇਹ ਜਿਹੜੇ 2/3 ਮੈਜੋਰਿਟੀ ਜਿਹੜੀ ਜਿਹਨਾਂ ਕੋਲ ਹੈਗੀ, ਜਿਹੜੀ ਵੰਡੀ ਹੋਈ ਹੈ, ਖਿਲਰੀ ਹੋਈ ਹੈ, ਬਹੁਤ ਸਾਰੇ ਖਾਨਿਆਂ 'ਚ ਵੰਡੀ ਹੋਈ ਹੈ, ਜਿੰਨੀ ਦੇਰ ਤੱਕ ਉਹ ਇੱਕ ਨਹੀਂ ਹੋਏਗੀ ਕਿਸੇ ਇੱਕ ਮੁਕਾਮ ਤੇ ਆ ਕੇ, ਉਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਦੀ ਸਿਆਸਤ ਦੇ ਕੇਂਦਰ ਤੋਂ ਤੁਸੀਂ ਵੱਖ ਨਹੀਂ ਕਰ ਸਕਦੇ। ਇਹ ਗੱਲ ਤਾਂ ਹੁਣ ਅਸੀਂ ਵੀ ਕਹਿੰਦੇ ਰਹੇ ਹਾਂ, ਤੇ ਇਹੀ ਗੱਲ ਜਿਹੜੀ ਆ ਇਹ ਰਿਐਲਿਟੀ ਹੈ। ਤੇ ਪਰ ਇਸ ਰਿਐਲਿਟੀ ਨੂੰ ਬਦਲਣਾ ਕਿੱਦਾਂ ਆਇਆ, ਇਹਦਾ ਫਾਰਮੂਲਾ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਕੋ ਸੀ, ਜਿਹੜਾ ਉਹ ਦੇਣਾ ਚਾਹੁੰਦਾ ਸੀ ਰਾਹੁਲ ਗਾਂਧੀ ਨੂੰ ਜਾਂ ਕਾਂਗਰਸ ਪਾਰਟੀ ਨੂੰ, ਪਰ ਉਹ ਫਾਰਮੂਲਾ ਜਿਹੜਾ ਆ ਉਹ ਲੈਣ ਤੋਂ ਸ਼ਾਇਦ ਇਨਕਾਰ ਕਰ ਦਿੱਤਾ ਰਾਹੁਲ ਗਾਂਧੀ ਨੂੰ। ਤੇ ਉਹ ਫਾਰਮੂਲਾ ਕੀ ਹੋ ਸਕਦਾ, ਕਿਵੇਂ ਇਹ ਵੰਡੀ ਹੋਈ ਤਾਕਤ ਨੂੰ ਇਕਜੁੱਟ ਕੀਤਾ ਜਾ ਸਕਦਾ ਹੈ, ਕਿਹੜਾ ਉਹ ਜਾਦੂ ਦੀ ਛੜੀ ਸੀਗੀ ਪ੍ਰਸ਼ਾਂਤ ਕਿਸ਼ੋਰ ਕੋ, ਇਹ ਤਾਂ ਹੁਣ ਭਵਿੱਖ ਦੇ ਵਿੱਚ ਉਹੀ ਦੱਸ ਸਕਦੇ ਆ। ਪਰ ਉਹਨਾਂ ਨੇ ਜਿਹੜੀਆਂ ਇਹ ਗੱਲਾਂ ਕਹੀਆਂ ਇਹ ਕਾਫੀ ਹੱਦ ਤੱਕ ਠੀਕ ਨੇ, ਤੇ ਉਹ ਕਿਹਦੇ ਲਈ ਉਹ ਕੰਮ ਕਰਨਗੇ। ਗੋਆ ਗਏ ਸੀ ਸ਼ਾਇਦ, ਉਹ ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਲਈ ਹੁਣ ਕੰਮ ਕਰ ਰਹੇ ਜਾਂ ਨਹੀਂ ਕਰ ਰਹੇ, ਮੈਨੂੰ ਇਹਦਾ ਇਲਮ ਨਹੀਂ ਹੈ, ਪਰ ਸ਼ਾਇਦ ਉਹ ਅਰਵਿੰਦ ਕੇਜਰੀਵਾਲ ਲਈ ਕੰਮ ਕਰਨਗੇ। ਪਰ ਉਹ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਤਾਂ ਨਹੀਂ ਦਿਖਾਈ ਦੇ ਰਹੇ, ਪਰ ਗੋਆ ਉਹ ਗਏ ਸੀ, ਗੋਆ ਜਾ ਕੇ ਉਹਨਾਂ ਨੇ ਇਹ ਗੱਲਾਂ ਕਹੀਆਂ, ਤੇ ਗੱਲਾਂ 'ਚ ਵਜ਼ਨ ਹੈ ਤੇ ਸਮਝਣ ਵਾਲੀ ਗੱਲ ਹੈ। ਇਹ ਨਹੀਂ ਮੈਂ ਕਹਿੰਦਾ ਕਿ ਰਾਹੁਲ ਗਾਂਧੀ ਜਾਂ ਬਾਕੀ ਧਿਰਾਂ ਜਿਹੜੀਆਂ ਉਹ ਸੇਵਾਵਾਂ ਹਾਸਲ ਕਰ ਲੈਣ ਪ੍ਰਸ਼ਾਂਤ ਕਿਸ਼ੋਰ ਦੀਆਂ। ਜਦੋਂ ਪ੍ਰਸ਼ਾਂਤ ਕਿਸ਼ੋਰ ਵਰਗੇ ਵਿਅਕਤੀ ਜਿਹੜੇ ਹੁੰਦੇ ਆ, ਜਿਹੜੇ ਸਿਰਫ ਤੇ ਸਿਰਫ ਇਲੈਕਸ਼ਨ ਮੈਨੇਜ ਕਰਦੇ ਆ ਜਾਂ ਚੋਣ ਰਣਨੀਤੀਕਾਰ ਹੈ, ਤੇ ਉਹ ਕੋਈ ਸਿਧਾਂਤਕਾਰ ਤਾਂ ਨਹੀਂ, ਤੇ ਜਦੋਂ ਉਹਨਾਂ ਦੀ ਹੱਟੀ ਚੱਲ ਨਿਕਲਦੀ ਹੈ ਤੇ ਫਿਰ ਹਰ ਬੰਦਾ ਹੀ ਉਸ ਦੁਕਾਨ ਵੱਲ ਦੇਖਦਾ ਹੈ, ਤੇ ਹਰ ਰਾਜਨੀਤਿਕ ਪਾਰਟੀ ਨੇ ਉਹਦੀ ਦੁਕਾਨ ਵੱਲ ਦੇਖਿਆ ਵੀ, ਉਹਦੀ ਦੁਕਾਨ ਤੇ ਜਾ ਕੇ ਸੌਦਾ ਵੀ ਖਰੀਦਿਆ। ਪਰ ਜਿਹੜੀ ਸਿਧਾਂਤਕਾਰੀ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਤੁਸੀਂ ਵਾਪਸ ਆਪਣੇ ਮੁੱਦਿਆਂ ਤੇ ਆ ਜਾਓ, ਸਿਧਾਂਤਾਂ ਤੇ ਆ ਜਾਓ, ਤੇ ਸਾਫ਼ ਸੁਥਰੀ ਰਾਜਨੀਤੀ ਕਰੋ। ਬਦਲਦੇ ਹੋਏ ਸਮਿਆਂ ਦੇ ਵਿੱਚ ਬਦਲੇ ਜਿਹੜੇ ਟੂਲ ਨੇ ਉਹਨਾਂ ਨਾਲ ਪੋਲਿਟਿਕਸ ਕਰੋ, ਤੇ ਕਿਸੇ ਇਲੈਕਸ਼ਨ ਸਟ੍ਰੈਟਜੀ ਜਿਹੜਾ ਬੰਦਾ ਬਣਾਉਂਦਾ ਹੈ ਉਹਨੂੰ ਤੁਹਾਨੂੰ ਹਾਇਰ ਕਰਨ ਦੀ ਜ਼ਰੂਰਤ ਨਹੀਂ। ਪਰ ਸਮਾਂ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਇਸ ਤੋਂ ਬਿਨਾਂ ਹੁਣ ਸਰਦਾ ਨਹੀਂ ਹੈ। ਵੱਖ-ਵੱਖ ਜਿਹੜੀਆਂ ਪੋਲੀਟੀਕਲ ਪਾਰਟੀਆਂ, ਪ੍ਰਸ਼ਾਂਤ ਕਿਸ਼ੋਰ ਨਹੀਂ, ਪ੍ਰਸ਼ਾਂਤ ਕਿਸ਼ੋਰ ਤੋਂ ਬਿਨਾਂ ਵੀ ਬਹੁਤ ਸਾਰੇ ਹੁਣ ਇਲੈਕਸ਼ਨ ਸਟ੍ਰੈਟਜੀ ਬਣਾਉਣ ਵਾਲੇ ਲੋਕ ਹੈਗੇ ਆ। ਬਾਦਲਾਂ ਨੇ ਵੀ ਉਹ ਹਾਇਰ ਕੀਤੇ ਹੋਏ ਆ, ਬਾਕੀ ਧਿਰਾਂ ਵੀ ਜਿਹੜੀਆਂ ਹਾਇਰ ਕਰਕੇ ਬੈਠੀਆਂ, ਤੇ ਉਸ ਦੌਰ ਇਸ ਕਿਸਮ ਦਾ ਚੱਲ ਰਿਹਾ ਕਿ ਇਹਨਾਂ ਤੋਂ ਬਿਨਾਂ ਸਾਡੀਆਂ ਪਾਰਟੀਆਂ ਦਾ ਹੁਣ ਸਰਦਾ ਨਹੀਂ ਦਿਖਾਈ ਦੇ ਰਿਹਾ। ਜੀ ਬਿਲਕੁਲ। ਔਰ ਜੇ ਖਾਸ ਕਰਕੇ ਪ੍ਰਸ਼ਾਂਤ ਕਿਸ਼ੋਰ ਕਿਉਂਕਿ ਬਹੁਤ ਚਰਚਿਤ ਵਿਅਕਤੀ ਰਿਹਾ, ਤੇ ਉਹਦੇ ਕੋਲ ਵਾਕਿਆ ਹੀ ਕੋਈ ਐਸਾ ਫਾਰਮੂਲਾ ਹੈ ਕਿ ਜਿਹਦੇ ਨਾਲ ਦੇਸ਼ ਦੀ ਸਿਆਸਤ ਸੁਧਰ ਸਕਦੀ ਆ, ਤੇ ਉਹ ਸਿਰਫ ਵੇਚਣ ਲਈ ਕਿਉਂ ਨਿਕਲਦਾ ਬਾਜ਼ਾਰ 'ਚ? ਉਹ ਫਾਰਮੂਲਾ ਭਾਰਤੀਆਂ ਨੂੰ ਦਵੇ, ਉਹ ਵੀ ਤਾਂ ਭਾਰਤ ਦਾ ਹੀ ਵਸਿੰਦਾ ਹੈ। ਭਾਰਤ ਦੀ ਜੇ ਉਹਦੇ ਕੋਲ ਕੋਈ ਭਾਰਤ ਦੀ ਭਵਿੱਖ ਸੁਧਾਰਨ ਦੀ ਤਜਵੀਜ਼ ਹੈ,
ਤੇ ਉਹਦਾ ਫਾਰਮੂਲਾ ਲਾਗੂ ਕਰਕੇ ਭਾਰਤ ਨੂੰ ਇਸ ਗੰਦੀ ਸਿਆਸਤ ਚੋਂ ਕੱਢਿਆ ਜਾ ਸਕਦਾ ਹੋਵੇ, ਤੇ ਫਿਰ ਉਹ ਸੌਦਾ ਵੇਚਣਾ ਕਿਉਂ ਚਾਹੁੰਦਾ ਹੈ? ਉਹ ਭਾਰਤੀਆਂ ਦੇ ਨਾਲ ਮਿਲ ਕੇ ਕੰਮ ਕਰ ਲਵੇ, ਆਪ ਪਾਰਟੀ ਬਣਾ ਲਵੇ, ਆਪਣੇ ਲੋਕਾਂ ਨੂੰ ਕੋਈ ਸਹੀ ਸੇਧ ਦੇ ਲਵੇ। ਇਹ ਕੀ ਕੰਮ ਹੋਇਆ ਕਿ ਇੱਕ ਪਾਰਟੀ ਮੇਰਾ ਫਾਰਮੂਲਾ ਨਹੀਂ ਖਰੀਦਦੀ ਤੇ ਫਿਰ ਦੂਜੀ ਪਾਰਟੀ ਵੱਲ ਝਾਕੋ ਤੇ ਤੀਜੀ ਪਾਰਟੀ ਦੀਆਂ ਗੱਲਾਂ ਕਰਨ ਲੱਗ ਜਾਓ। ਇਹ ਵੀ ਕੋਈ ਸਿਆਸਤ ਜਿਹੜੀ ਆ, ਜੇ ਉਹ ਐਡਾ ਹੀ ਮਾਸਟਰ ਮਾਈਂਡ ਆ, ਉਹਦੀ ਪਲਾਨਿੰਗ ਨਾਲ ਹੀ ਜਿਹੜੀਆਂ ਵੋਟਾਂ ਪੈ ਜਾਂਦੀਆਂ ਨੇ, ਪਾਰਟੀਆਂ ਜਿੱਤ ਸਕਦੀਆਂ ਨੇ ਜਾਂ ਹਾਰ ਸਕਦੀਆਂ ਨੇ, ਤੇ ਫਿਰ ਭਾਰਤ ਦੇ ਭਵਿੱਖ ਲਈ ਕਿਰਪਾ ਕਰਕੇ ਕੁਝ ਕਰ ਦੇਵੇ। ਐਸਾ ਹੈ ਤੇ ਭਾਰਤੀ ਨਾ ਜੀ, ਹੈ ਤੇ ਆਪਣਾ ਹੀ। ਜੀ ਪਹਿਲੀ ਗੱਲ ਤਾਂ ਇਹ ਮੰਨ ਕੇ ਚੱਲੀਏ ਕਿ ਉਹ ਪੋਲੀਟੀਕਲੀ ਐਂਬੀਸ਼ੀਅਸ ਹੈ ਬੰਦਾ। ਉਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਕਿ ਉਹ ਸਿਆਸਤ ਦੇ ਵਿੱਚ ਆਵੇ ਤੇ ਉਹ ਕੌਮੀ ਵਾਈਸ ਪ੍ਰੈਜ਼ੀਡੈਂਟ ਬਣਿਆ ਜਨਤਾ ਦਲ ਯੂਨਾਈਟਿਡ ਦਾ, ਨਿਤੀਸ਼ ਕੁਮਾਰ ਦੀ ਪਾਰਟੀ 'ਚ। ਫਿਰ ਉੱਥੇ ਲੱਗਾ ਉਹਨੂੰ ਕਿ ਇਹ ਤਾਂ ਸੀਮਤ ਜੀ ਗੱਲ ਰਹਿ ਗਈ, ਇੱਕ ਸੂਬੇ 'ਚ ਸਿਮਟ ਗਿਆ ਸਾਰਾ ਕੁਝ, ਨੈਸ਼ਨਲ ਪੋਲਿਟਿਕਸ ਦਾ ਕੇਂਦਰ ਬਣਿਆ ਜਾਏ। ਫਿਰ ਉਹ ਕਾਂਗਰਸ ਦੇ ਨੇੜੇ ਨੇੜੇ ਜਾਣ ਦੀ ਕੋਸ਼ਿਸ਼ ਉਹਨੇ ਕੀਤੀ, ਜਿਹੜੀ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਉਹ ਸ਼ੁੱਧ ਤੌਰ ਦੇ ਉੱਤੇ ਵੈਸੇ ਵਪਾਰੀ ਬੰਦਾ ਹੈ, ਤੇ ਜਿਹੜਾ ਸ਼ੁੱਧ ਵਪਾਰੀ ਹੁੰਦਾ ਹੈ ਤੇ ਜਦੋਂ ਸਿਆਸਤ ਵਿੱਚ ਵੀ ਆਉਂਦਾ ਹੈ ਤਾਂ ਉਹ ਵਪਾਰ ਹੀ ਕਰਦਾ ਹੈ। ਮਿਸਾਲ ਸਾਹਮਣੇ ਆਪਣੇ ਜੀ, ਭਾਰਤੀ ਜਨਤਾ ਪਾਰਟੀ ਮਿਸਾਲ ਸਾਡੇ ਸਾਹਮਣੇ ਆ, ਸ਼ੁੱਧ ਦੋ ਵਪਾਰੀ, ਅਮਿਤ ਸ਼ਾਹ ਤੇ ਮੋਦੀ ਨਹੀਂ, ਬਿਲਕੁਲ ਵਪਾਰੀ, ਤੇ ਵਪਾਰ ਕਰਦੇ ਕਰਦੇ ਆਣ ਵੜੇ ਇੱਥੇ। ਉਹ ਜਿਹੜੇ ਦੋ ਸ਼ੁੱਧ ਵਪਾਰੀ ਆ, ਤੇ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਤੋਂ ਵੱਡੇ ਵਪਾਰੀ ਹੈ, ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਦੇ ਉੱਥੇ ਸਪੇਸ ਨਹੀਂ ਬਚੀ ਹੁਣ, ਇਸੇ ਕਰਕੇ ਉਹਨੂੰ ਛੱਡ ਕੇ ਇੱਧਰ ਆਇਆ ਸੀ। ਪਰ ਜਿਸ ਢੰਗ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਕੰਮ ਕਰਦਾ ਆ ਜਾਂ ਵਪਾਰ ਕਰਦਾ ਹੈ, ਤੇ ਨੈਸ਼ਨਲ ਪੋਲਿਟਿਕਸ ਦੇ ਵਿੱਚ ਉਹਦਾ ਕੁਝ ਬਣ ਨਹੀਂ ਸਕਿਆ। ਉਹ ਇਕੱਲੇ ਤੌਰ ਤੇ ਜਿਹੜਾ ਪਾਰਟੀ ਵਾਲਾ ਮਸਲਾ ਹੁੰਦਾ ਨਾ ਜੀ, ਉਹ ਥੋੜਾ ਬਿਲਕੁਲ ਟੇਢਾ ਹੁੰਦਾ। ਅੱਜ ਪ੍ਰਸ਼ਾਂਤ ਕਿਸ਼ੋਰ ਵੱਖਰੀ ਪਾਰਟੀ ਕੋਈ ਬਣਾਉਣ ਨੂੰ ਅਨਾਉਂਸ ਕਰੇ ਤੇ ਜਿਹੜਾ ਉਹਦਾ ਹੁਣ ਤੱਕ ਚਮਕਾ ਵਪਾਰ ਹੈ ਉਹ ਸਾਰਾ ਮੂੰਹ ਤੇ ਮੂੰਹ ਪੈ ਜਾਣਾ ਹੈ। ਕਿਉਂਕਿ ਵਪਾਰ ਕਰਨਾ, ਕਿਸੇ ਨੂੰ ਰਣਨੀਤੀ ਬਣਾ ਕੇ ਘੜ ਕੇ ਜਾਂ ਦਾਅਪੇਚ ਕਰਕੇ ਦੇ ਦੇਣੇ ਹੋਰ ਗੱਲ ਹੈ। ਫਿਜ਼ੀਕਲੀ ਤੁਸੀਂ ਪੋਲੀਟੀਕਲ ਸਿਆਸੀ ਕੋਈ ਪਾਰਟੀ ਬਣਾਉਂਦੇ ਹੋ ਤੇ ਲੋਕਾਂ 'ਚ ਜਾਂਦੇ ਹੋ ਤਾਂ ਹੋਰ ਗੱਲ ਹੈ। ਤੇ ਉੱਥੇ ਉਹਨੂੰ ਚਾਹੀਦਾ ਬਣਿਆ ਬਣਾਇਆ ਸਾਰਾ ਕੁਝ। ਇਸ ਕਰਕੇ ਉਹ ਕਾਂਗਰਸ ਦੇ ਨੇੜੇ ਲੱਗ ਰਿਹਾ ਸੀ ਵੀ ਬਣਿਆ ਬਣਾਇਆ ਇੱਕ ਸਟਰਕਚਰ ਹੈ, ਉਹਦੇ 'ਚ ਉਸ ਗੱਡੀ 'ਚ ਚੜ ਜਾਓ ਤੇ ਹੌਲੀ ਹੌਲੀ ਫਿਰ ਡਰਾਈਵਿੰਗ ਸੀਟ ਜਿਹੜੀ ਆ ਸਟੀਅਰਿੰਗ ਤੇ ਬੈਠ ਜਾਾਂਗੇ, ਉਹ ਮੰਨ ਲਓ। ਹਾਂ, ਬਸ ਇਸੇ ਇਰਾਦੇ ਨਾਲ ਉਹ ਜਾ ਰਿਹਾ ਸੀ। ਜਿਹੜੀ ਗੱਲ ਭਾਂਪ ਲਈ ਉਸ ਪਰਿਵਾਰ ਨੇ, ਜਿਹੜਾ ਪਰਿਵਾਰ ਆਪਣੀ ਜਿਹੜੀ ਜਿਹੜੇ ਕਹਿ ਲਓ ਵੀ ਸੰਪत्ति ਸਮਝਦਾ ਹੈ ਇਸ ਪਾਰਟੀ ਨੂੰ, ਕਾਂਗਰਸ ਪਾਰਟੀ ਨੂੰ, ਉਹ ਸੰਪत्ति ਤੋਂ ਆਪਣਾ ਹੱਕ ਨਹੀਂ ਛੱਡਣਾ ਚਾਹੁੰਦਾ। ਇਸੇ ਕਰਕੇ ਉਹ ਦੂਰ ਕਰ ਦਿੱਤੇ ਗਏ ਨੇ ਪ੍ਰਸ਼ਾਂਤ ਕਿਸ਼ੋਰ। ਸੋ ਹੁਣ ਪ੍ਰਸ਼ਾਂਤ ਕਿਸ਼ੋਰ ਦੇ ਕੋਲ ਜਿਹੜਾ ਫਾਰਮੂਲਾ ਆ ਉਹ ਕਿਉਂ ਦੇਗਾ? ਹਾਂ, ਉਹ ਜ਼ਰੂਰ ਇੱਕ ਸੰਕੇਤ ਜ਼ਰੂਰ ਉਹਨੇ ਕਰ ਦਿੱਤਾ ਵੀ ਕੀ ਕਾਰਨ ਹੈ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਿਉਂ ਨਹੀਂ ਹੋ ਪਾ ਰਿਹਾ। ਉਹ ਤਾਂ ਅਸੀਂ ਵੀ ਕਹਿੰਦੇ ਹਾਂ ਉਹਦੇ ਸੰਕੇਤ ਦੇਣ ਜਾਂ ਨਾ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਡੇਢ ਤੋਂ ਲੰਬੇ ਸਮੇਂ ਤੋਂ ਗੱਲਾਂ ਕਰਦੇ ਹਾਂ। ਪਿਛਲੀ ਵਾਰੀ 31% ਵੋਟਾਂ ਲੈ ਕੇ ਨਰਿੰਦਰ ਮੋਦੀ ਹੁਕੂਮਤ ਸੀ, ਐਤਕੀ 36% ਵੋਟਾਂ ਆ, 5% ਵੱਧ ਗਈ ਉਹਨਾਂ ਦੀ। ਪਰ 36% ਵੀ ਤੀਜਾ ਹਿੱਸਾ ਹੀ ਹੋਈਆਂ ਨਾ, ਲਗਭਗ ਤੀਜੇ ਹਿੱਸੇ ਤੋਂ ਥੋੜੀ ਜਿਹੀ ਜ਼ਿਆਦਾ। ਬਾਕੀ ਜਿਹੜਾ ਕਹਿ ਲਓ ਵੀ ਨੀਅਰ ਅਬਾਊਟ 65% 66% ਜਿਹੜੀ ਵੋਟ ਹੈ ਉਹ ਐਂਟੀ ਬੀਜੇਪੀ ਹੈ, ਐਂਟੀ ਨਰਿੰਦਰ ਮੋਦੀ ਹੈ, ਪਰ ਉਹ ਵੰਡੀ ਹੋਈ ਹੈ। ਇਹ ਤਾਂ ਸਾਨੂੰ ਵੀ ਪਤਾ, ਹਰ ਆਮ ਨਾਗਰਿਕ ਨੂੰ ਪਤਾ। ਪਰ ਉਸ ਵੰਡੀ ਹੋਈ ਵੋਟ ਨੂੰ ਕਿਹੜੇ ਫਾਰਮੂਲੇ ਦੇ ਨਾਲ ਤੁਸੀਂ ਇੱਕ ਥਾਂ ਲਿਆ ਸਕਦੇ ਹੋ? ਉਹ ਇੱਕ ਥਾਂ ਲਿਆਉਣ ਦੀ ਕੋਸ਼ਿਸ਼ ਸਿਰੇ ਤਾਂ ਨਹੀਂ ਚੜ੍ਹਦੀ। ਤੇ ਕਿਉਂਕਿ ਹਰੇਕ ਦੀਆਂ ਆਪਣੀਆਂ ਆਪਣੀਆਂ ਇੱਛਾਵਾਂ ਨੇ, ਹਰੇਕ ਬੰਦਾ ਈਗੋਇਸਟ ਹੈ। ਤੁਸੀਂ ਦੇਖੋ ਬਿਹਾਰ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਬਾਹਰ ਆਏ ਨੇ ਤੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਤੋਂ ਬਿਨਾਂ ਸਾਹ ਨਹੀਂ ਲੈਣਾ, ਉਹਨਾਂ ਨੇ ਉੱਥੇ ਆਪਣਾ ਗੱਠਜੋੜ ਜਿਹੜਾ ਮਾੜਾ ਮੋਟਾ ਸੀ ਉਹ ਵੀ ਤੋੜ ਲਿਆ। ਤੇ ਲਾਲੂ ਪ੍ਰਸਾਦ ਯਾਦਵ ਤੋਂ ਪਹਿਲਾਂ ਹੀ ਮੁਲਾਇਮ ਸਿੰਘ ਯਾਦਵ ਦਾ ਮੁੰਡਾ ਅਖਿਲੇਸ਼ ਯਾਦਵ ਐਤਕੀ ਅਨਾਉਂਸ ਲਈ ਕਹਿ ਚੁੱਕਾ ਵੀ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰਨਾ, ਖਾਸ ਤੌਰ ਤੇ ਕੌਮੀ ਪਾਰਟੀ ਨਾਲ ਨਹੀਂ ਕਰਨਾ ਕਿਸੇ ਨਾਲ ਸਮਝੌਤਾ। ਉਹਦਾ ਸਾਫ਼ ਕਹਿਣਾ ਵੀ ਕਾਂਗਰਸ ਨਾਲ ਸਮਝੌਤਾ ਨਹੀਂ ਕਰਨਾ, ਅਸੀਂ ਇਕੱਲੇ ਲੜਾਂਗੇ, ਜਾਂ ਜਿਹੜੀਆਂ ਸਥਾਨਕ ਕੋਈ ਪਾਰਟੀਆਂ ਹੈਗੀਆਂ ਉਹਨਾਂ ਨਾਲ ਸਮਝੌਤਾ ਹੋ ਸਕਦਾ, ਕਿਸੇ ਕੌਮੀ ਪਾਰਟੀ ਨਾਲ ਸਮਝੌਤਾ ਨਹੀਂ ਹੋਣਾ। ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ, ਜਦੋਂ ਮਮਤਾ ਬੈਨਰਜੀ ਆਪਣੇ ਆਪ ਨੂੰ ਫਲੋਟ ਕਰ ਰਹੀ ਹੋਵੇ ਵੀ ਮੈਂ ਹੀ ਹੁਣ ਤਾਂ ਕੌਮੀ ਸੀਨ ਤੇ ਉੱਭਰਨਾ ਐਜ਼ ਏ ਲੀਡਰ, ਤਾਂ ਫਿਰ ਕਿੱਦਾਂ ਤੁਸੀਂ ਸੋਚ ਸਕਦੇ ਹੋ ਕਿ ਭਾਰਤ ਦੇ ਪੱਧਰ ਦੇ ਉੱਤੇ ਕੋਈ ਏਦਾਂ ਦਾ ਫਰੰਟ ਸਾਡੇ ਸਾਹਮਣੇ ਆ ਜਾਏਗਾ ਐਨਡੀਏ ਦੇ ਖਿਲਾਫ? ਜਿਹੜੇ ਫਰੰਟ ਆਉਂਦੇ ਰਹੇ ਨੇ ਉਸ ਦੌਰ ਦੇ ਵਿੱਚ, ਜਦੋਂ
ਮਤਲਬ ਘਰੋਂ ਲਿਆ ਕੇ ਇੰਦਰ ਕੁਮਾਰ ਗੁਜਰਾਲ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ, ਜਿਨ੍ਹਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ, ਜਿੱਦਾਂ ਚੰਨੀ ਨੂੰ ਚਿੱਤ ਚੇਤੇ ਨਹੀਂ ਸੀ ਉਹ ਮੁੱਖ ਮੰਤਰੀ ਬਣ ਸਕਦੇ ਆ। 20 ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਕੁਰਸੀ ਬਚਦੀ ਨਹੀਂ ਸੀ ਦੀਦੀ, ਜੇ ਕੈਪਟਨ ਨਵੀਂ ਵਜ਼ਾਰਤ ਬਣਾਉਂਦੇ ਤੇ ਚੰਨੀ ਨੇ ਉਹ ਚ ਮੰਤਰੀ ਨਹੀਂ ਸੀ ਹੋਣਾ, ਤੇ ਉਹੀ ਚੰਨੀ ਅਚਾਨਕ ਮੁੱਖ ਮੰਤਰੀ ਬਣ ਗਏ। ਏਦਾਂ ਕੌਮੀ ਸੀਨ ਹੋਏ ਨੇ ਕਈ ਵਾਰ, ਜਦੋਂ ਐਚਡੀ ਦੇਵਗੌੜਾ ਵਰਗਾ ਬੰਦਾ ਉਹ ਲਿਆ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ। ਉਹ ਦੌਰ ਨਹੀਂ ਆ ਹੁਣ। ਹੁਣ ਉਸ ਤਰ੍ਹਾਂ ਦਾ ਦੌਰ, ਮੈਂ ਸ਼ਾਇਦ ਅੱਗੇ ਵੀ ਕਿਹਾ ਹੋਵੇ ਵੀ ਹਰਕਿਸ਼ਨ ਸਿੰਘ ਸੁਰਜੀਤ ਦਾ ਦੌਰ ਸੀ, ਉਹ ਜਿਹਨੂੰ ਕਿੰਗ ਮੇਕਰ ਦਾ ਰੁਤਬਾ ਦਿੱਤਾ ਗਿਆ, ਜੋ ਜੋੜ ਤੋੜ ਦੇ ਮਾਹਰ ਸੀਗੇ, ਤੇ ਉਹ ਸਾਰਿਆਂ ਨੂੰ ਇਕੱਠੇ ਕੁੱਠੇ ਕਰ ਦਿੰਦੇ ਸੀ। ਇਕੱਠੇ ਕੁੱਠੇ ਕਰਕੇ ਉਹਨਾਂ ਨੇ ਇੱਕ ਟਮਟਮਾ ਜਿਹਾ ਬਣਾਇਆ ਸੀ। ਉਹ ਮਾਡਲ ਸਫਲ ਕਿੰਨਾ ਕੁ ਹੋਇਆ, ਕਿੰਨਾ ਕੁ ਅਸਫਲ ਹੋਇਆ, ਤੇ ਇਹ ਤਾਂ ਵੱਖਰੀ ਵਿਚਾਰ ਦਾ ਵਿਸ਼ਾ ਹੈ, ਪਰ ਉਹ ਕਰ ਲੈਂਦੇ ਸੀ ਇੰਨਾ ਕੁਝ। ਤੇ ਉਹ ਸ਼ੁੱਧ ਵਪਾਰੀ ਨਹੀਂ ਸੀ, ਉਹ ਸ਼ੁੱਧ ਰਾਜਨੀਤੀਵਾਨ ਸੀ, ਜਿਸ ਤਰ੍ਹਾਂ ਦੀ ਮੌਕਾ ਪ੍ਰਸਤੀ ਦੀ ਰਾਜਨੀਤੀ ਚਾਹੀਦੀ ਹੈ। ਹਰਕ੍ਰਿਸ਼ਨ ਸਿੰਘ ਸੁਰਜੀਤ ਆਪਣੀ ਪਾਰਟੀ ਦਾ ਉਹਨਾਂ ਨੇ ਕੋਈ ਖਿਆਲ ਨਹੀਂ ਕੀਤਾ, ਤੇ ਉਹ ਦੂਜੀਆਂ ਪਾਰਟੀਆਂ ਦਾ ਫਿਕਰ ਜ਼ਿਆਦਾ ਕਰਦੇ ਸੀ। ਤੇ ਅੱਜ ਸ਼ੁੱਧ ਵਪਾਰੀ ਆ ਪ੍ਰਸ਼ਾਂਤ ਕਿਸ਼ੋਰ ਦੇ ਰੂਪ ਦੇ ਵਿੱਚ, ਤੇ ਹਾਲਾਤ ਦੀ ਸਥਿਤੀ ਹੈ, ਖੜੋਤ ਦੀ ਸਥਿਤੀ ਹੈ। ਇਹ ਖੜੋਤ ਕਿੱਦਾਂ ਟੁੱਟੇਗੀ? ਸਿਆਸੀ ਖੜੋਤ ਨੂੰ ਤੋੜਨ ਵਾਸਤੇ ਬਹੁਤ ਵੱਡੇ ਯਤਨਾਂ ਦੀ ਜ਼ਰੂਰਤ ਹੈ। ਦਸਾਂਝ ਸਾਹਿਬ, ਕਿਤੇ ਨਾ ਕਿਤੇ ਤੁਹਾਨੂੰ ਇਦਾਂ ਨਹੀਂ ਲੱਗਦਾ ਕੁਝ ਰਾਜਨੀਤਿਕ ਪੰਡਤ ਇਦਾਂ ਵੀ ਸੋਚਦੇ ਨੇ ਕਿ ਜਿਹੜਾ ਭਾਰਤ ਦਾ ਭਵਿੱਖ ਹੈ, ਕਿਉਂਕਿ ਯੂਨੀਅਨ ਆਫ ਸਟੇਟ ਹੈ, ਕੋਈ ਇੱਕ ਕੇਂਦਰੀਕਰਨ ਕਰਕੇ ਲੰਬਾ ਸਮਾਂ ਇਹਨੂੰ ਨਹੀਂ ਚਲਾ ਸਕਦਾ। ਇੰਦਰਾ ਗਾਂਧੀ ਨੇ ਵੀ ਕੋਸ਼ਿਸ਼ ਕੀਤੀ, ਕਾਂਗਰਸੀ ਜਿਹੜੇ ਅੱਜ ਬੜੇ ਸਾਨੂੰ ਭਲੇ ਮਾਨਸ ਲੱਗਦੇ ਆ, ਇਹਨਾਂ ਦੇ ਵੀ ਲੋਕ ਬੜਾ ਲੰਬਾ ਸਮਾਂ ਸਤਾਏ ਹੋਏ ਆਪਾਂ ਦੇਖਦੇ ਰਹੇ ਆ। ਇਹ ਲੋਕ ਵੀ ਇੰਨੇ ਭਲੇ ਮਾਨਸ ਨਹੀਂ ਹੈ ਜਿੰਨੇ ਸਾਨੂੰ ਹੁਣੇ ਨਜ਼ਰ ਆ ਰਹੇ, ਕਿਉਂਕਿ ਲੋਕ ਮੁੱਦਿਆਂ ਦੀ ਗੱਲ ਕਰਦੇ, ਇਹਨਾਂ ਕੋਲ ਤਾਕਤ ਨਹੀਂ ਹੈ। ਇਸ ਕਰਕੇ ਪਹਿਲਾਂ ਇਹਨਾਂ ਨੇ ਸਾਰੇ ਵਿਗਾੜ ਪਾਏ ਤੇ ਉਹਨਾਂ ਵਿਗਾੜਾਂ ਨੂੰ ਅੱਗੇ ਲੈ ਕੇ ਗਏ ਕਿਸੇ ਬਹੁਤ ਤੇਜ਼ੀ ਨਾਲ, ਉਹ ਨਰਿੰਦਰ ਮੋਦੀ ਹੀ। ਤੇ ਕਿਤੇ ਨਾ ਕਿਤੇ ਕੁਝ ਪੰਡਤ ਲੋਕ, ਸਿਆਸੀ ਪੰਡਤ, ਮੈਂ ਕਿਹਾ ਮੈਨੂੰ ਯਾਦ ਆਉਂਦਾ ਹੈ ਕਿ ਜਦੋਂ 2017 ਦੀ ਇਲੈਕਸ਼ਨ ਲੜੀ ਜਾ ਰਹੀ ਸੀ ਪੰਜਾਬ ਦੇ ਵਿੱਚ, ਤੇ ਅਸੀਂ ਬੜੇ ਭਾਵਕ ਹੋ ਕੇ, ਤੁਸੀਂ ਹਾਲਾਂ ਦੂਜੇ ਪਾਸੇ ਖੜੇ ਸੀਗੇ, ਆਮ ਆਦਮੀ ਪਾਰਟੀ ਦੀ ਗੱਲ ਕਰਦੇ ਸੀ, ਤੇ ਪੋਲੀਟੀਕਲ ਜਿਹੜਾ ਹੀ ਹੈਗਾ ਡਿਪਾਰਟਮੈਂਟ, ਪੋਲੀਟੀਕਲ ਸਾਇੰਸ ਡਿਪਾਰਟਮੈਂਟ, ਉਹਦੇ ਹੈੱਡ ਹੋਇਆ ਕਰਦੇ ਸੀ ਗੁਰੂ ਨਾਨਕ ਯੂਨੀਵਰਸਿਟੀ ਦੇ ਸਰਦਾਰ ਕੁਲਦੀਪ ਸਿੰਘ। ਉਹਨਾਂ ਨੇ ਔਨ ਸਕਰੀਨ, ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ ਕਿਸੇ ਹੋਰ ਟੀਵੀ ਲਈ, ਉਹਨਾਂ ਕਿਹਾ ਸੀ ਕਿ ਭਾਰਤ ਵਿੱਚ ਜਿਹੜੀਆਂ ਕੌਮੀ ਪਾਰਟੀਆਂ ਨੇ, ਇਹਨਾਂ ਦਾ ਭਵਿੱਖ ਬਹੁਤਾ ਲੰਬਾ ਸਮਾਂ ਨਹੀਂ ਰਹਿਣਾ। ਭਾਰਤ ਦਾ ਭਵਿੱਖ ਹੁਣ ਜਿਹੜਾ ਹੈ, ਜਿਹੜੀਆਂ ਖੇਤਰੀ ਪਾਰਟੀਆਂ ਹੋਣਗੀਆਂ, ਉਹਨਾਂ ਦੇ ਹੱਥ ਹੌਲੀ ਹੌਲੀ ਜਾਣਾ ਹੈ, ਤੇ ਉਹ ਮਿਲ ਕੇ ਕਿਤੇ ਨਾ ਕਿਤੇ ਕੋਈ ਕੇਂਦਰ 'ਚ ਜਿਹੜੀ ਸਰਕਾਰ ਬਣਾ ਲੈਣਗੀਆਂ, ਰਲਗੋਬਾ ਜੀ ਸਰਕਾਰ ਬਣਾ ਲਿਆ ਕਰਨਗੀਆਂ। ਤੇ ਕੇਂਦਰੀ ਪਾਰਟੀਆਂ ਜਿਹੜੀਆਂ ਨੇ, ਜਿਹੜੀਆਂ ਕਹਿ ਰਹੀਆਂ ਨੇ ਇੱਕ ਭਾਸ਼ਾ, ਇੱਕ ਦੇਸ਼, ਇੱਕ ਸਾਰੀ ਚੀਜ਼ ਕਰਨਾ ਚਾਹੁੰਦੀਆਂ ਨੇ, ਖਾਸ ਕਰਕੇ ਬੀਜੇਪੀ ਤੇ ਕਾਂਗਰਸ ਦਾ ਵੀ ਐਟੀਟਿਊਡ ਹੋ ਰਿਹਾ, ਤੇ ਉਹਨਾਂ ਨੂੰ ਸੀਨ ਤੋਂ ਲਾਂਭੇ ਹੋਣਾ ਪੈਣਾ ਆ। ਤੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਇਦਾਂ ਦੀ ਸੰਭਾਵਨਾ ਬਣ ਸਕਦੀ ਆ 5 ਸਾਲ 10 ਸਾਲ ਬਾਅਦ ਵੀ, ਜਦੋਂ ਇਹ ਸਾਰੇ ਫਾਰਮੂਲੇ ਜਿਹੜੇ ਆ ਫੇਲ ਹੋ ਜਾਂਦੇ ਆ, ਏਕੀਕਰਨ ਵਾਲੇ, ਕੇਂਦਰੀਵਾਦ ਵਾਲੇ। ਤੇ ਕਿਉਂਕਿ ਯੂਨੀਅਨ ਆਫ ਸਟੇਟ ਅਸੀਂ ਕਹਿੰਦੇ ਆ ਭਾਰਤ ਨੂੰ, ਅਮਰੀਕਾ ਦੀ ਤਰ੍ਹਾਂ, ਤੇ ਕਿਉਂ ਨਾ ਉੱਥੇ ਫੈਡਰਲ ਢਾਂਚੇ ਲਈ ਜਿਹੜੀਆਂ ਖੇਤਰੀ ਦਲ ਨੇ ਉਹ ਮਿਲ ਕੇ ਆਪਣੀ ਕੇਂਦਰ 'ਚ ਵੀ ਸਰਕਾਰ ਬਣਾ ਲਿਆ ਕਰਨ। ਦੇਖੋ, ਇਹ ਸਮਾਂ ਆ ਸਕਦਾ, ਇਹ ਲਾਜ਼ਮੀ ਆਏਗਾ ਇਹ ਸਮਾਂ, ਪਰ ਇਹਦੇ ਤੇ ਵਕਤ ਲੱਗ ਸਕਦਾ ਹੈ। ਉਹਦਾ ਇੱਕ ਵੱਡਾ ਕਾਰਨ ਮੈਂ ਤੁਹਾਨੂੰ ਦੱਸਦਾ, ਪ੍ਰਸ਼ਾਂਤ ਕਿਸ਼ੋਰ ਦੀ ਗੱਲ ਆਪਾਂ ਛੱਡ ਵੀ ਦਈਏ। ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਲੌਜਿਕ ਦਿੱਤੇ ਨੇ ਕਿ ਲੰਬਾ ਸਮਾਂ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਿਆਸਤ ਦੇ ਵਿੱਚ ਰਹੇਗੀ, ਉਹਦਾ ਦੂਜਾ ਕਾਰਨ ਮੈਂ ਇਹ ਸਮਝਦਾ, ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਜਿਹੜਾ ਲੌਜਿਕ ਦਿੱਤਾ ਉਹ ਵੀ ਚਲੋ ਠੀਕ ਹੈ, ਅਸੀਂ ਵੀ ਉਹਨੂੰ ਮੰਨਦੇ ਹਾਂ, ਪਰ ਦੂਜਾ ਵੱਡਾ ਕਾਰਨ ਮੈਂ ਸਮਝਦਾ ਕਿ ਅਸਲ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਅਸੀਂ ਦੇਖ ਰਹੇ ਹਾਂ ਇਸ ਵੇਲੇ, ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਭਾਰਤੀ ਜਨਤਾ ਪਾਰਟੀ, ਇਸ ਭਾਰਤੀ ਜਨਤਾ ਪਾਰਟੀ ਦਾ ਅਲਟੀਮੇਟਲੀ ਜਿਹੜੀ ਪਾਰਟੀ ਇਹ ਦਾਅਵੇ ਕਰਦੀ ਹੈ ਕਿ ਅਸੀਂ ਕਾਂਗਰਸ ਮੁਕਤ ਭਾਰਤ ਕਰਨਾ ਆ, ਇਸ ਭਾਰਤੀ ਜਨਤਾ ਪਾਰਟੀ ਦਾ ਅਸਲ ਦੇ ਵਿੱਚ ਕਾਂਗਰਸੀਕਰਨ ਹੋ ਚੁੱਕਾ ਹੈ। ਇਸੇ ਕਰਕੇ ਇਸ ਭਾਰਤੀ ਜਨਤਾ ਪਾਰਟੀ ਨੂੰ ਆਰਐਸਐਸ ਦੀ ਜਿਹੜੀ ਪਹਿਲੀ ਪਸੰਦ ਕਿਸੇ ਵੇਲੇ ਰਹੀ ਆ, ਭਾਰਤੀ ਜਨਤਾ ਪਾਰਟੀ ਨੂੰ ਅਸੀਂ ਕਹਿੰਦੇ ਆਰਐਸਐਸ ਦਾ ਪੋਲੀਟੀਕਲ ਮਦਰ ਹੈ ਜੀ ਭਾਰਤੀ ਜਨਤਾ ਪਾਰਟੀ। ਆਰਐਸਐਸ ਜਿੱਦਾਂ ਦੀ ਭਾਰਤੀ ਜਨਤਾ ਪਾਰਟੀ ਚਾਹੁੰਦੀ ਰਹੀ ਆ ਹੁਣ ਤੱਕ, ਇਹ ਭਾਰਤੀ ਜਨਤਾ ਪਾਰਟੀ ਉਦਾਂ ਦੀ ਨਹੀਂ ਹੈ। ਇਹ ਕਾਂਗਰਸੀਕਰਨ ਕਿੱਦਾਂ ਹੋ ਚੁੱਕਾ ਹੈ, ਮਤਲਬ ਤੁਸੀਂ ਜੇ, ਮੇਰੇ ਕੋਲ ਐਗਜ਼ੈਕਟ ਫਿਗਰ ਤਾਂ ਨਹੀਂ ਹੈ,
ਪਰ ਜੇ ਇਹ ਨੀਚ ਦੇ ਨਾਲ ਆਪਾਂ ਦੇਖਾਂਗੇ ਵੀ 303 ਜਿਹੜੇ MP ਆ ਭਾਰਤੀ ਜਨਤਾ ਪਾਰਟੀ ਦੇ, ਉਹ 303 MPs ਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ 100 ਦੇ ਕਰੀਬ MP ਇਦਾਂ ਦੇ ਹੋਣਗੇ ਜਿਹੜੇ ਕਿਸੇ ਵੇਲੇ ਕਾਂਗਰਸ ਪਾਰਟੀ 'ਚ ਹੋਇਆ ਕਰਦੇ ਸੀ। ਬਹੁਤਾ ਜਿਹੜੇ ਕਾਂਗਰਸ ਦੇ ਬਹੁਤੇ ਲੋਕ ਜਿਹੜੇ ਆ ਐਂਬੀਸ਼ੀਅਸ ਜਿਹੜੇ ਲੋਕ ਆ, ਜਿਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਕਾਂਗਰਸ ਪਾਰਟੀ ਦਾ ਡੁੱਬਦਾ ਜਹਾਜ਼ ਆ, ਛਾਲ ਮਾਰ ਦੋ, ਸਾਰੇ ਆ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ। ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੱਦਾਂ ਦੋ ਪਾਰਟੀਆਂ ਬਾਰੇ ਕਿਹਾ ਜਾਂਦਾ ਸੀ ਕਿ ਇਹ ਜਿਹੜੀ ਦੋ ਪਾਰਟੀਆਂ ਬੜੀਆਂ ਅਨੁਸ਼ਾਸਨ ਵਾਲੀਆਂ ਨੇ, ਬੜੀਆਂ ਡਿਸਪਲਿਨ ਵਾਲੀਆਂ ਤੇ ਬੜੀਆਂ ਕਮਿਟਡ ਨੇ ਆਪਣੀ ਵਿਚਾਰਧਾਰਾ ਦੇ ਪ੍ਰਤੀ। ਉਹ ਭਾਰਤੀ ਜਨਤਾ ਪਾਰਟੀ ਤੇ ਕਮਿਊਨਿਸਟ ਪਾਰਟੀਆਂ ਬਾਰੇ ਕਿਹਾ ਜਾਂਦਾ ਸੀ ਵੀ ਇਹ ਆਰਡਰ ਆਧਾਰਿਤ ਪਾਰਟੀਆਂ ਆ ਤੇ ਇਹ ਆਪਣੀ ਜਿਹੜੀ ਆਈਡੀਓਲੋਜੀ ਆ ਉਹਦੇ ਤੇ ਬਹੁਤ ਚੰਗੀ ਤਰ੍ਹਾਂ ਖੜੀਆਂ ਨੇ, ਆਸੇ-ਪਾਸੇ ਨਹੀਂ ਹੁੰਦੀਆਂ। ਤੇ ਭਾਰਤੀ ਜਨਤਾ ਪਾਰਟੀ ਅਸੀਂ ਦੇਖਿਆ ਕਿ ਉਹਦਾ ਕਾਂਗਰਸੀਕਰਨ ਹੋ ਗਿਆ ਤੇ ਉਹਦੇ ਤੇ ਉਹ ਜਿਹੜਾ ਇੱਕ ਰਿਹਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉੱਥੇ ਇੱਕ ਵਿਅਕਤੀ ਕਦੀ ਨਹੀਂ ਰਹਿੰਦਾ। ਇਹ ਵੀ ਪਾਰਟੀ ਵਿਅਕਤੀਆਂ ਦੀ ਪਾਰਟੀ ਬਣ ਗਈ ਹੈ, ਸਪੈਸ਼ਲੀ ਦੋ ਵਿਅਕਤੀਆਂ ਦੀ। ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਵੀ ਉਹ ਦੋਨੋਂ ਹੀ ਨੇ, ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਜਿਹੜੇ ਇਸ ਪਾਰਟੀ ਨੂੰ ਚਲਾ ਰਹੇ ਨੇ। ਕਬਜ਼ਾ ਉਹਨਾਂ ਦਾ ਹੋ ਚੁੱਕਾ ਹੈ ਤੇ ਉਸੇ ਵਿਧੀ ਦੇ ਨਾਲ ਚਲਾ ਰਹੇ ਨੇ ਜਿਸ ਵਿਧੀ ਦੇ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਦੇ ਕਾਂਗਰਸ ਨੂੰ ਚਲਾਇਆ ਸੀ। ਸੋ ਮੈਨੂੰ ਲੱਗਦਾ ਹੈ ਕਿ ਬਦਲਿਆ ਜਾਂ ਨਾ ਹੀ ਬਦਲਿਆ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਪੋਲੀਟੀਕਲ ਕਰੈਕਟਰ ਦੇ ਵਿੱਚ। ਇਸੇ ਕਰਕੇ ਕਈ ਵਾਰੀ ਮੈਂ ਬਾਕੀ ਪਾਰਟੀਆਂ ਬਾਰੇ ਵੀ ਕਹਿੰਦਾ ਹੁੰਦਾ ਵੀ ਇਹਨਾਂ ਦੇ ਨਾਂ ਵੱਖੋ ਵੱਖਰੇ ਆ, ਸਿਆਸੀ ਕਿਰਦਾਰ ਹੁਣ ਲਗਭਗ ਇੱਕੋ ਜਿਹੇ ਆ। ਫਰਕ ਸਿਰਫ ਇੰਨਾ ਆ, ਜਿਹੜਾ ਤੁਸੀਂ ਕਾਂਗਰਸ ਪਾਰਟੀ ਬਾਰੇ ਵੀ ਜ਼ਿਕਰ ਕੀਤਾ, ਮੈਂ ਕਿਤੇ ਬੋਲਦਿਆਂ ਵੀ ਇਹ ਗੱਲ ਕਹੀ ਸੀ, ਕਈਆਂ ਨੂੰ ਇਹ ਗੱਲ ਬੁਰੀ ਲੱਗਦੀ ਹੈ। ਫਰਕ ਸਿਰਫ ਇੰਨਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਜੋ ਵੀ ਕਰਦੀ ਰਹੀ ਆ ਹੁਣ ਤੱਕ, ਜਾਂ ਜੋ ਵੀ ਕੀਤਾ ਉਹਨਾਂ ਨੇ, ਉਹ ਛੇਤੀ ਕਿਤੇ ਦੀਦਾ ਨਹੀਂ ਸੀ। ਤੇ ਭਾਰਤੀ ਜਨਤਾ ਪਾਰਟੀ ਦੇ ਕਰੈਕਟਰ ਦੇ ਵਿੱਚ ਕਾਂਗਰਸ ਨਾਲੋਂ ਫਰਕ ਇਹ ਹੈ ਕਿ ਉਹ ਜੋ ਕੁਝ ਵੀ ਕਰਦੀ ਹੈ ਉਹ ਖੁੱਲ੍ਹੇਆਮ ਕਰਦੀ ਹੈ, ਬੋਲ ਕੇ ਕਰਦੀ ਹੈ, ਉਹ ਦੀਦਾ ਹੈ। ਤੇ ਮੇਰਾ ਮੰਨਣਾ ਇਹ ਹੈ ਕਿ ਜਿਹੜਾ ਘਾਹ ਦੇ ਵਿੱਚ ਸੱਪ ਲੁਕਿਆ ਹੁੰਦਾ ਹੈ ਉਹ ਜ਼ਿਆਦਾ ਖਤਰਨਾਕ ਹੁੰਦਾ ਹੈ, ਤੇ ਜਿਹੜਾ ਫੁੰਕਾਰੇ ਮਾਰ ਰਿਹਾ ਸੱਪ ਹੁੰਦਾ ਉਹਦਾ ਮੁਕਾਬਲਾ ਤੁਸੀਂ ਕਰ ਸਕਦੇ ਹੋ। ਇਸ ਕਰਕੇ ਮੈਂ ਸਗੋਂ ਕਾਂਗਰਸ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਤੋਂ ਵੀ ਜ਼ਿਆਦਾ ਖਤਰਨਾਕ ਮੰਨਦਾ ਵੀ ਉਹ ਲੁਕਮਾ ਵਾਰ ਕਰਦੀ ਰਹੀ ਹੈ, ਭਵਿੱਖ ਵਿੱਚ ਵੀ ਏਦਾਂ ਹੋਣਾ ਹੈ। ਤੇ ਭਾਰਤੀ ਜਨਤਾ ਪਾਰਟੀ ਸਾਹਮਣੇ ਦਿਖਾਈ ਦੇ ਰਹੀ ਹੈ, ਨਰਿੰਦਰ ਮੋਦੀ ਦਾ ਹਰ ਪੈਂਤਰਾ ਸਮਝ ਆਉਂਦਾ ਸਾਫ਼-ਸਾਫ਼। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੋ ਕਰਨਾ ਚਾਹੁੰਦੀ ਉਹ ਪਤਾ ਲੱਗਦਾ ਹੈ। ਇਸ ਕਰਕੇ ਉਹਦੇ ਤੋਂ ਬਚਾਅ ਕੀਤਾ ਜਾ ਸਕਦਾ, ਲੜਾਈ ਦੇ ਆਪਣੇ ਪੈਂਤਰੇ ਚੁਣੇ ਜਾ ਸਕਦੇ। ਇਹ ਗੱਲ ਮੈਨੂੰ ਲੱਗਦਾ ਕਿ ਕੁਝ ਜਿਹੜੇ ਸਾਡੇ ਪ੍ਰਗਤੀਵਾਦੀ ਲੋਕ ਨੇ ਉਹਨਾਂ ਨੂੰ ਇਹ ਅਕਸਰ ਜਦੋਂ ਮੈਂ ਕਹਿੰਦਾ ਉਹਨਾਂ ਨੂੰ ਬੁਰੀ ਲੱਗਦੀ ਹੈ ਕਿ ਨਹੀਂ ਤੁਸੀਂ ਕਾਂਗਰਸ ਨੂੰ ਆਹ ਦੌਰ ਏਦਾਂ ਦਾ ਥੋੜ੍ਹਾ ਹੈ ਕਿ ਕਾਂਗਰਸ ਨੂੰ ਹੁਣ ਨਿੰਦਣ ਲੱਗ ਪਓ ਤੁਸੀਂ, ਤੇ ਜੇ ਬੀਜੇਪੀ ਨੂੰ ਪਾਸੇ ਕਰਨਾ ਤਾਂ ਕਾਂਗਰਸ ਬੜੀ ਜ਼ਰੂਰੀ ਹੈ। ਤੇ ਫਿਰ ਜਦੋਂ ਮੈਂ ਕਹਿੰਦਾ ਕਿ ਕਾਂਗਰਸ ਜਿਹੜੀ ਸੀਗੀ ਜਦੋਂ ਸੱਤਾ ਦੇ ਵਿੱਚ ਉਹਨੇ ਜੋ ਕੁਝ ਕੀਤਾ, ਉਦੋਂ ਤਾਂ ਬੀਜੇਪੀ ਹੈ ਨਹੀਂ ਸੀ, ਫਿਰ ਉਹਦੇ ਖਿਲਾਫ ਆਪਾਂ ਕਾਹਤੇ ਲੜਦੇ ਰਹੇ ਹਾਂ? ਲੜਨਾ ਹੀ ਨਹੀਂ ਸੀ ਚਾਹੀਦਾ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਭਾਰਤ ਦਾ ਆਮ ਬੰਦਾ ਬਹੁਤ ਵੱਡੀ ਦੁਬਿਧਾ ਚ ਲੰਘ ਰਿਹਾ ਹੈ। ਉਹਨੂੰ ਸਮਝ ਹੀ ਨਹੀਂ ਆਉਂਦੀ ਵੀ ਹੁਣ ਮੈਂ ਕਰਾਂ ਕੀ। ਜਦੋਂ ਸਮਝ ਨਹੀਂ ਆਉਂਦੀ ਫਿਰ ਉਹ ਬੁਰੇ ਤੇ ਬਹੁਤ ਬੁਰੇ ਦੇ ਵਿੱਚੋਂ ਬਹੁਤ ਬੁਰੇ ਦੀ ਥਾਂ ਬੁਰੇ ਨੂੰ ਚੁਣ ਲੈਂਦਾ ਹੈ। ਇਹੀ ਤਰਾਸਦੀ 75 ਸਾਲਾਂ ਦੀ ਆਜ਼ਾਦੀ ਚ ਭਾਰਤ ਦੀ ਰਹੀ। ਜੀ ਦਸਾਂ ਸਾਹਿਬ, ਸਮਾਂ ਆਪਣਾ ਹੋ ਗਿਆ। ਵੈਸੇ ਟਿੱਕਰੀ ਬਾਰਡਰ ਤੇ ਜਿਹੜੀ ਘਟਨਾ ਹੋਈ ਆ, 3 ਔਰਤਾਂ ਦੇ ਉੱਤੇ ਟਿੱਪਰ ਚੜਿਆ ਆ, ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਹੈ ਉਹਨਾਂ ਨੇ ਉੱਤੇ ਖਦਸ਼ੇ ਪ੍ਰਗਟ ਕੀਤੇ ਆ ਕਿ ਇਹ ਲਖੀਮਪੁਰ ਖੀਰੀ ਵਰਗੀ ਹੀ ਘਟਨਾ ਹੈ, ਇਹਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਆ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਇਹ ਘਟਨਾਕ੍ਰਮ ਦੁਹਰਾਇਆ ਜਾ ਸਕਦਾ ਹੈ ਜਾਂ ਦੁਹਰਾਇਆ ਹੋਏਗਾ? ਦੇਖੋ, ਪੋਸੀਬਿਲਿਟੀਜ਼ ਤਾਂ ਕੁਝ ਵੀ ਹੋ ਸਕਦੀ ਹੈ ਕਿਉਂਕਿ ਉਹ ਡਰਾਈਵਰ ਫਰਾਰ ਹੋ ਗਿਆ, ਡਰਾਈਵਰ ਫੜਿਆ ਨਹੀਂ ਗਿਆ। ਤੇ ਉਹ ਟਰੱਕ ਜਿਹੜਾ ਆ ਜਿਸ ਢੰਗ ਦੇ ਨਾਲ ਉਹ ਡਿਵਾਈਡਰ ਤੇ ਆ ਕੇ ਚੜਿਆ ਉਹਨਾਂ ਕਿਸਾਨ ਔਰਤਾਂ ਤੇ, ਜਿਹਦੇ ਚੋਂ 3 ਔਰਤਾਂ ਮੌਕੇ ਤੇ ਦਮ ਤੋੜ ਗਈਆਂ, 2 ਬਹੁਤ ਸੀਰੀਅਸ ਆ। ਮਾਨਸਾ ਜ਼ਿਲ੍ਹੇ ਦੇ ਪਿੰਡ ਦੀਆਂ ਇਹ ਔਰਤਾਂ ਸੀ, ਕਈ ਦਿਨਾਂ ਤੋਂ ਉੱਥੇ ਸੀਗੀਆਂ ਤੇ ਵਾਪਸ ਪਿੰਡ ਆ ਕੇ ਉਹਨਾਂ ਨੇ 2-4 ਦਿਨ ਪਿੰਡ ਰਹਿ ਕੇ ਫਿਰ ਮੁੜਨਾ ਸੀ ਉਸ ਬਾਰਡਰ ਦੇ ਉੱਤੇ। ਤੇ ਉਹ ਬਹੁਤ ਦੁਖਦਾਇਕ ਘਟਨਾ ਵਾਪਰੀ ਹੈ। ਪਹਿਲਾਂ ਤਾਂ ਅਸੀਂ ਨਵੀਂ ਦੁਨੀਆ, ਪੰਜਾਬੀ ਦੁਨੀਆ ਟੈਲੀਵਿਜ਼ਨ ਵੱਲੋਂ ਅਸੀਂ ਦੁੱਖ ਪ੍ਰਗਟ ਕਰਦੇ ਹਾਂ। ਤੇ ਦੂਜੀ ਗੱਲ ਹੈ ਕਿ ਜਾਂਚ ਦਾ ਵਿਸ਼ਾ ਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੁਝ ਖਦਸ਼ੇ ਪ੍ਰਗਟ ਕੀਤੇ ਨੇ ਤੇ ਜ਼ਰੂਰ ਇਹਦੇ ਤੇ ਸ਼ਾਇਦ ਕਿਸਾਨ ਮੋਰਚਾ ਵੀ ਆਪਣੀ ਵੱਖਰੀ ਜਾਂਚ
ਕਮੇਟੀ ਬਣਾਏਗਾ ਖੁਦ, ਕਿਉਂਕਿ ਟਿੱਕਰੀ ਬਾਰਡਰ ਦੇ ਉੱਤੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਵੀ ਸਟੇਜ ਹੈਗੀ ਹੈ, ਤੇ ਟਿੱਕਰੀ ਬਾਰਡਰ ਤੇ ਬਹਾਦਰਗੜ੍ਹ ਦੇ ਨੇੜੇ ਜਿਹੜੀ ਆ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਵੀ ਵੱਖਰੀ ਸਟੇਜ ਹੈ। ਤੇ ਮੈਨੂੰ ਲੱਗਦਾ ਇੱਕ ਸਾਂਝੇ ਤੌਰ ਦੇ ਉੱਤੇ ਇੱਕ ਕਮੇਟੀ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਬਣਾਉਣੀ ਚਾਹੀਦੀ ਹੈ, ਬਣਾਉਣਗੇ ਉਹ ਇਹਦੀ ਜਾਂਚ ਕਰਨ ਵਾਸਤੇ ਵੀ ਇਹ ਹਾਦਸਾ ਆ ਜਾਂ ਹਾਦਸੇ ਦੀ ਸ਼ਕਲ ਇਹਨੂੰ ਇਸ ਇਨਸੀਡੈਂਟ ਨੂੰ ਦਿੱਤੀ ਗਈ ਹੈ। ਤੇ ਪੁਲਿਸ ਵੀ ਆਪਣੇ ਲੈਵਲ ਤੇ ਜਾਂਚ ਕਰੇਗੀ, ਮੰਗ ਉੱਠ ਰਹੀ ਹੈ ਵੀ ਕਿਤੇ ਲਖੀਮਪੁਰ ਖੀਰੀ ਦੀ ਘਟਨਾ ਦਾ ਦੁਹਰਾ ਤਾਂ ਨਹੀਂ, ਪਰ ਓਵਰਆਲ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਹੈ। ਤੇ ਇਹਨਾਂ ਔਰਤਾਂ ਦਾ ਇਸ ਤਰ੍ਹਾਂ ਕਿਸਾਨ ਅੰਦੋਲਨ 'ਚ ਡਟੇ ਰਹਿਣਾ ਤੇ ਫਿਰ ਸ਼ਹਾਦਤ ਪਾ ਜਾਣਾ, ਸ਼ਰਧਾਂਜਲੀ ਵੀ ਅਸੀਂ ਭੇਟ ਕਰਦੇ ਹਾਂ ਤੇ ਗਹਿਰੇ ਦੁੱਖ ਦੀ ਪ੍ਰਗਟਾਵਾ ਵੀ ਕਰਦੇ ਹਾਂ। ਜੀ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੇ ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਮਿਲਦੇ ਹਾਂ, ਕੁਝ ਨਵੇਂ ਵਿਸ਼ਿਆਂ ਦੇ ਉੱਤੇ ਗੱਲਾਂ ਕਰਾਂਗੇ ਆਪਾਂ ਰਲ ਮਿਲ ਕੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸ਼ੁਕਰੀਆ ਜੀ, ਮਿਹਰਬਾਨੀ।